ਅੱਜ ਆਪਾਂ ਸ੍ਰੀ ਰਾਗ ਜਿਹੜਾ ਹੈਗਾ ਉਸ ਤੇ ਪੰਜ ਪਾਤਸ਼ਾਹੀ ਦੇ ਜਿਹੜੇ ਸ਼ਬਦ ਲੈ ਰਹੇ ਆ, ਇਹ 30 ਸ਼ਬਦ ਹੈ ਸ਼ਾਇਦ। ਇਹਨਾਂ ਦਾ 24ਵਾਂ ਸ਼ਬਦ ਲੈਣਾ ਹੈ ਆਪਾਂ ਨੇ 51 ਨੰਬਰ ਅੰਕ ਦੇ ਉੱਤੇ। ਮਹਾਰਾਜ ਮਿਹਰ ਕਰਨ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਛੇਵਾਂ। ਕਰਨ ਕਾਰਨ ਏਕ ਉਹੀ ਜਿਨੇ ਕੀਆ ਆਕਾਰ। ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਇਹ ਸ਼ਬਦ ਨੂੰ ਆਪਾਂ ਪਹਿਲਾਂ ਪੂਰਾ ਪੜ੍ਹੀਏ। ਅੰਗ 51, ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਛੇਵਾਂ। ਕਰਨ ਕਾਰਨ ਏਕ ਉਹੀ ਜਿਨੇ ਕੀਆ ਆਕਾਰ। ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਵੀ ਕਰਨ ਕਾਰਨ ਪਰਮਾਤਮਾ ਹੈ, ਜਿਸਨੇ ਸਾਰੀ ਸ੍ਰਿਸ਼ਟੀ ਬਣਾਈ ਆ, ਉਸੇ ਨੂੰ ਧਿਆਓ ਮਨ ਮੇਰੇ, ਸਾਰਿਆਂ ਦਾ ਆਧਾਰ ਹੈ। ਫਿਰ ਅਗਲੀ ਲਾਈਨ 'ਚ ਕਹਿ ਰਹੇ ਮਹਾਰਾਜ, ਗੁਰ ਕੇ ਚਰਨ ਮਨ ਮੈਂ ਧਿਆਏ, ਛੋੜ ਸਗਲ ਸਿਆਣਪਾਂ ਸਾਚ ਸ਼ਬਦੇ ਲਿਵ ਲਾਏ ਰਹਾਓ। ਪਹਿਲਾਂ ਪਰਮਾਤਮਾ ਨੂੰ ਧਿਆਉਣ ਦੇ ਵਾਸਤੇ ਕਹਿ ਰਹੇ ਆ, ਹੁਣ ਗੁਰੂ ਦੇ ਚਰਨ ਧਿਆਉਣ ਵਾਸਤੇ ਕਹਿ ਰਹੇ ਆ। ਫਿਰ ਕਹਿ ਰਹੇ ਸਾਰੀਆਂ ਸਿਆਣਪਾਂ ਛੱਡ ਕੇ ਸ਼ਬਦ ਦੇ ਦੁਆਰਾ ਲਿਵ ਲਗਾ। ਫਿਰ ਸ਼ਬਦ ਦੇ ਦੁਆਰਾ ਲਿਵ ਲਗਾਉਣ ਵਾਸਤੇ ਕਹਿ ਰਹੇ ਆ। ਦੁੱਖ ਕਲੇਸ਼ ਰਹਾਓ। ਦੁੱਖ ਕਲੇਸ਼ ਨਾ ਮੰਤਰ ਵਿਆਪੈ ਗੁਰ ਮੰਤਰ। ਦੁੱਖ ਕਲੇਸ਼ ਨਾ ਭਾਉ ਵਿਆਪੈ ਗੁਰ ਮੰਤਰ ਹਿਰਦੇ ਹੋਏ। ਹੁਣ ਗੁਰੂ ਦਾ ਮੰਤਰ ਕਹਿ ਰਹੇ ਹਿਰਦੇ 'ਚ ਹੋਣਾ ਚਾਹੀਦਾ ਹੈ। ਦੁੱਖ ਕਲੇਸ਼ ਭਾਉ ਨਹੀਂ ਵਿਆਪੂਗਾ। ਕੋਟ ਯਤਨਾ ਕਰ ਰਹੇ ਗੁਰ ਬਿਨ ਧਰਿਓ ਨਾ ਕੋਏ। ਕਹਿੰਦੇ ਕਰੋੜਾਂ ਹੀ ਯਤਨ ਕਰਦੇ ਆ ਲੋਕੀ, ਗੁਰੂ ਤੋਂ ਬਗੈਰ ਧਰ ਨਹੀਂ ਸਕਦੇ। ਹਾਂ ਤਾਂ ਗੱਲ ਸਮਝ ਆ ਗਈ। ਹੁਣ ਦੇਖੋ ਉੱਪਰ ਸਾਰੇ ਦੇਖੋ ਹਰੇਕ ਸ਼ਬਦ ਦੇ ਵਿੱਚ ਜਿਹੜਾ ਹੈਗਾ, ਜੇ ਆਪਾਂ ਦੇਖੀਏ ਤੇ ਆਪਾਂ ਨੂੰ ਜਿਹੜਾ ਹੈਗਾ ਥੋੜਾ ਜਿਹਾ ਅਲੱਗ-ਅਲੱਗ ਲੱਗ ਰਿਹਾ ਹੈ। ਪਹਿਲਾਂ ਕਹਿ ਰਿਹਾ ਕਿ ਪਰਮਾਤਮਾ ਨੂੰ ਧਿਆਓ ਮਨ ਮੇਰੇ, ਫਿਰ ਗੁਰੂ ਦੇ ਚਰਨ ਧਿਆ, ਫਿਰ ਸ਼ਬਦ ਦੇ ਦੁਆਰਾ ਲਿਵ ਲਗਾ, ਫਿਰ ਗੁਰੂ ਮੰਤਰ ਨੂੰ ਹਿਰਦੇ 'ਚ ਹੋਏ। ਇਹ ਸਾਰਾ ਭੇਦ ਕੀ ਹੈਗਾ? ਦੇਖ ਦਰਸ਼ਨ ਮਨ ਸਧਾਰੇ ਬਾਪ ਸਗਲੇ ਜਾਏ, ਹਉ ਤਿਨ ਕੇ ਬਲਿਹਾਰ ਨੇ ਜੇ ਗੁਰ ਕੀ ਚਰਣੀ ਪਾਏ। ਕਹਿੰਦੇ ਗੁਰੂ ਦੇ ਦਰਸ਼ਨ ਦੇਖ ਕੇ ਜਿਹੜੇ ਗੁਰੂ ਦੇ ਚਰਨਾਂ 'ਚ ਗੁਰੂ ਦੇ ਦਰਸ਼ਨ ਦੇ ਕਰਦੇ ਆ ਤੇ ਗੁਰੂ ਦੇ ਚਰਣੀ ਪੈਂਦੇ ਆ। ਗੁਰੂ ਦੇ ਚਰਨ ਪੈਣਾ ਕੀ ਹੈ? ਗੁਰੂ ਦੀ ਗੱਲ ਮੰਨ ਲੈਂਦੇ ਆ। ਕਹਿੰਦੇ ਮੈਂ ਬਲਿਹਾਰੀ ਜਾਣਾ ਹੈ। ਸਾਧ ਸੰਗਤ ਤੇ ਮਨ ਵਸੈ, ਸਾਚ ਹਰ ਕਾ ਨਾਉ। ਕਹਿੰਦੇ ਸਾਧ ਸੰਗਤ ਗੁਰੂ ਦੀ ਸੰਗਤ ਦੇ ਨਾਲ ਦੁਆਰਾ ਮਨ ਦੇ ਵਿੱਚ ਵਸਣਾ ਆ। ਪਰਮੇਸ਼ਰ ਦਾ ਸੱਚਾ ਆ, ਉਸ ਮਾਲਕ ਦਾ ਨਾਂ। ਸੇ ਵਡਭਾਗੀ ਨਾਨਕਾ ਜਿਨ੍ਹਾਂ ਮਨ ਇਹ ਭਾਉ। ਉਹ ਵੱਡੇ ਭਾਗਾਂ ਵਾਲੇ ਜਿਨ੍ਹਾਂ ਦੇ ਮਨ 'ਚ ਇਹ ਭਾਵਨਾ ਹੈਗੀ ਆ ਬਈ ਇਹ ਸ਼ਬਦ ਅਭਿਆਸ, ਇਹ ਜਿਹੜਾ ਹੈਗਾ ਗੁਰਮੰਤਰ, ਇਹ ਗੁਰੂ ਦੇ ਚਰਨ, ਇਹ ਪਰਮਾਤਮਾ ਨੂੰ ਧਿਆਉਣਾ, ਇਹ ਸਾਰਾ ਜਿਨ੍ਹਾਂ ਦੇ ਮਨ ਦੇ ਵਿੱਚ ਹੈ। ਸੇ ਵਡਭਾਗੀ ਨਾਨਕਾ ਆਪਣੇ ਆਪ ਨੂੰ ਕਹਿ ਰਹੇ ਮਹਾਰਾਜ, ਜਿਨ੍ਹਾਂ ਮਨ ਇਹੋ ਭਾਉ। ਹੁਣ ਇਹ ਪੂਰਾ ਸ਼ਬਦ ਹੋ ਗਿਆ। ਆਪਾਂ ਨੇ ਸਰਸਰੀ ਨਿਗਾਹ ਦੇ ਨਾਲ ਔਰ ਇੱਥੋਂ ਜਿਹੜਾ ਹੈਗਾ ਇਹਨੂੰ ਵਿਚਾਰਨ ਦੇ ਨਾਲ ਪਤਾ ਲੱਗਦਾ ਹੈ ਭਾਈ ਬਈ ਗੁਰੂ ਦੇ ਚਰਨ ਕੀ ਹੈਗੇ, ਪਰਮਾਤਮਾ ਨੂੰ ਧਿਆਉਣਾ ਕੀ ਹੈਗਾ। ਸੱਚੇ ਸਾਚ ਸ਼ਬਦ ਜਿਹੜਾ ਲਿਵ ਲਗਾਉਣੀ ਕੀ ਹੈਗੀ, ਸਾਚ ਸ਼ਬਦ ਦੇ ਦੁਆਰਾ ਲਿਵ ਲਗਾਉਣੀ ਕੀ ਹੈਗੀ। ਉਸ ਪਰਮਾਤਮਾ ਦੇ ਨਾਲ ਉਹਨੂੰ ਧਿਆਨ, ਉਹਦਾ ਧਿਆਨ ਕਰਾਂਗੇ ਤੇ ਲਿਵ ਲੱਗੂਗੀ। ਗੁਰਮੰਤਰ ਕੀ ਹੈਗਾ? ਇਹਦੇ ਵਾਸਤੇ ਹੁਣ ਜਿਹੜੇ ਚਰਨ ਜਿਹੜੇ ਹੈਗੇ ਆ, ਗੁਰ ਕੇ ਚਰਨ ਮਨ ਮੈਂ ਧਿਆਏ। ਹੁਣ ਚਰਨ ਸ਼ਬਦ ਜਿਹੜਾ ਹੈਗਾ ਆਪਾਂ ਨੇ ਪਹਿਲਾਂ ਵੀ ਖੋਲਿਆ, ਹੁਣ ਫਿਰ ਜਿਹੜਾ ਹੈਗਾ ਇਹ ਚਰਨ ਜਿਹੜੇ ਹੈਗੇ, ਕਿਉਂਕਿ ਇਹ ਜਿਹੜਾ ਹੈਗਾ ਸਾਰੀ ਗੁਰਬਾਣੀ ਜਿਹੜੀ ਹੈਗੀ ਆ ਉਹ ਇੱਕੋ ਹੀ ਕਾਰਵਾਈ ਕਰਨ ਨੂੰ ਕਹਿ ਰਹੀ ਆ, ਧਿਆਨ ਸਿਮਰਨ ਕਰਨ ਨੂੰ ਕਹਿ ਰਹੀ ਆ। ਇਹ ਗੁਰੂ ਕੇ ਚਰਨ, ਹਰ ਕੇ ਚਰਨ, ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਨਾਲ ਇਹਨਾਂ ਨੂੰ ਮਨ 'ਚ ਵਸਾਉਣ ਨੂੰ ਕਹਿ ਰਹੀ ਆ, ਹਿਰਦੇ ਵਸਾਉਣ ਨੂੰ ਕਹਿ ਰਹੀ ਆ। ਤੇ ਇਹ ਜਿਹੜੇ ਹੈਗੇ ਇਹਨਾਂ ਨੂੰ ਆਪਾਂ ਖੋਲੀਏ। ਜੇ ਮਹਾਰਾਜ ਨੇ ਜਿਹੜੀ ਹੈਗੀ ਆਪਣੇ ਉੱਤੇ ਮਿਹਰ ਕਰਕੇ ਧਨਾਸਰੀ ਰਾਗ ਦੇ ਵਿੱਚ ਮਹਾਰਾਜ ਨੇ ਜਿਹੜਾ ਹੈਗਾ ਇਹਨੂੰ
ਇਹਨੂੰ ਖੋਲਿਆ। ਛੋਟਾ ਜਿਹਾ ਸ਼ਬਦ ਹੈਗਾ, 680 ਅੰਗ ਦੇ ਉੱਤੇ। ਨੇਤਰ ਪੁਨੀਤ ਭਏ ਦਰਸ ਪੇਖੇ, ਮਾਥੇ ਪਰੋਂ ਰਵਾਲ। ਇਹ 83 ਮਹੱਲਾ ਪੰਜਵਾਂ। ਨੇਤਰ ਪੁਨੀਤ ਭਏ ਦਰਸ ਪੇਖੇ, माथे परो रवाल। रस रस गुण गावो ठाकुर के, मोरे हिरदे बसो गोपाल। कहते नेत्र भी पुनीत हो गए दर्श पेखण दे नाल। मत्थे उत्ते रवाल, मत्थे उत्ते धूड़ आ गई, मेरे मत्थे ते गुरु दे चरणां दी धूड़ आ गई। रस रस गुण गावो ठाकुर के, मोरे हिरदे बसो गोपाल। कहते मैं तां रस लै लै के तेरे गुण गावां, मेरे हिरदे दे विच वस। हे मेरे मालका, हे सारी संसार नूं धरती नूं पालण वालिया, तुम तो राखनहार दयाल, तुम तो राखनहार दयाल, तू तां रखण वाला आ। इस तरीके दे नाल तू जिहड़ा इस माया तो रखण वाला है, इस संसार तो, इस खेड तो जो तू पाई हुई है, इस खेड तो सानू जिताउण वाला है। तुम तो राखनहार दयाल, और दयालु हैगा तू। सुंदर सुगर बेअंत पिता प्रभ, ओ प्रभु किरपाल। तू मेरा प्यो भी हैगा आ, तू सोहना है बहुत, चंगी घाड़त वाला आ, बेअंत गुणा वाला हैगा आ। मेरे उत्ते किरपाल हो जा, कि मेरे उत्ते किरपा कर मालका। रहाओ। महाआनंद मंगल रूप तुमरे, महाआनंद मंगल रूप तुमरे बचन अनूप रसाल। महाआनंद मंगल रूप, कहते बड़ा बहुत ही आनंद खेड़ा देने वाला और मंगल रूप। मेरा मेरी मेरा 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 मेरे अंदर जिहड़ा हैगा खुशी खुशी खेड़ा करन वाला है तेरा रूप। तुमरे बचन अनूप रसाल, तेरे बचन जिहड़े हैगे बहुत यूनिक हैगे, रसदायक है, अमृत देण वाले आ वो बचन। हृदय चरण शब्द सतगुर को, नानक बांधियो पाल। ਇੱਥੇ ਦੱਸਿਆ ਮਹਾਰਾਜ ਨੇ, ਪੰਜਵੀਂ ਪਾਤਸ਼ਾਹੀ ਨੇ, ਹਿਰਦੈ ਚਰਨ। ਇਹ ਸਾਰਾ ਕੁਝ ਕਿਵੇਂ ਹੋਇਆ? ਕਹਿੰਦੇ ਹਿਰਦੇ ਦੇ ਵਿੱਚ ਚਰਨ ਆ ਗਏ। ਕਿਹੜੇ ਚਰਨ? ਸ਼ਬਦ ਸਤਗੁਰ ਕੋ, ਗੁਰੂ ਨੇ ਜਿਹੜਾ ਸ਼ਬਦ ਮੇਰੇ ਅੰਦਰ ਪ੍ਰਗਟ ਕਰ ਦਿੱਤਾ। ਹਿਰਦੇ ਚਰਨ ਸ਼ਬਦ ਸਤਗੁਰ ਕੋ, ਨਾਨਕ ਬਾਂਧਿਓ ਪਾਲ। ਮੈਂ ਤਾਂ ਪੱਲੇ ਬੰਨ ਲਿਆ ਪਾਏ, ਮੈਂ ਤਾਂ ਉਸ ਸ਼ਬਦ ਦੇ ਨਾਲ ਜੁੜ ਗਿਆ। ਹਿਰਦੇ ਚਰਨ शब्द सतगुर को, नानक बांधियो पाल। वो शब्द गुरु सुरत तुन चेला, ਉਹੀ है गुरु भाई। ਉਸੇ ने गाइड करना है ਆਪਾਂ ਨੂੰ, ਆਪਣੀ ਸੁਰਤ ने चेला बनना है। ਹਿਰਦੇ ਚਰਨ ਉਹੀ ਚਰਨ ਹੈਗੇ ਆ। ਹਿਰਦੇ ਚਰਨ ਸ਼ਬਦ ਸਤਗੁਰ को, नानक बांधियो पाल। ਇਹ ਚਰਨ ਹੈਗੇ ਭਾਈ, ਸ਼ਬਦ ਵੀ, ਚਰਨ ਵੀ, ਪਰਮਾਤਮਾ ਦੇ ਚਰਨ ਵੀ, ਗੁਰੂ ਦੇ ਚਰਨ ਵੀ। ਇੱਕ ਹੋਰ ਜਿਹੜਾ ਹੈਗਾ ਵੀਰ ਜੀ, ਹਾਂਜੀ ਪ੍ਰੈਜ਼ੈਂਟਲੀ ਹੁਣ ਆਪਾਂ ਹਾਂ ਜਿਹੜਾ ਸਤਿਗੁਰੂ ਆਪਣਾ ਹੁਣ ਪ੍ਰੈਜ਼ੈਂਟ ਜਿਹਦੀ ਗੱਲ ਹੋ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਹੈ। ਸਤਿਗੁਰੂ ਜਿਹੜਾ ਹੈਗਾ, ਸਤਿਗੁਰ ਜਿਹੜਾ ਹੈਗਾ ਉਹ ਪਰਮਾਤਮਾ ਹੈਗਾ, ਪਰਮਾਤਮਾ ਦਾ ਰੂਪ ਹੈ। ਜਿਹੜੀ ਵੀ ਬੂੰਦ ਸਾਗਰ ਦੇ ਵਿੱਚ ਮਿਲ ਗਈ ਆ ਉਹੀ ਸਤਿਗੁਰੂ ਹੈ। ਔਰ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਉਹਨਾਂ ਸਾਰਿਆਂ ਜਿਹੜੇ ਹੈਗੇ ਆ, ਇਹਦੇ ਵਿੱਚ ਦੇਖ ਲਓ 36 ਹੈਗੇ ਆ, 36 ਜਿਹੜੇ ਬ੍ਰਹਮ ਗਿਆਨੀ ਹੈਗੇ, ਜਿਹੜੇ ਸਤਿਗੁਰੂ ਦਾ ਦਰਜਾ, ਜਿਹੜੇ ਬੂੰਦ ਸਾਗਰ ਦੇ ਵਿੱਚ ਮਿਲ ਗਈ ਆ, ਉਹਨਾਂ ਦੀ ਬਾਣੀ ਹੈਗੀ ਇਹਨਾਂ ਦੇ ਵਿੱਚ, ਇਹਦੇ ਵਿੱਚ। ਤੇ ਸਾਰਾ ਇੱਕੋ ਹੀ ਹੈਗਾ ਵੀਰ ਜੀ। ਇਹ ਜਿਹੜਾ ਜੋ ਵੀ ਗਿਆਨ ਹੈਗਾ ਉਹ ਮਾਲਕ ਪਰਮਾਤਮਾ ਤੋਂ ਹੀ ਹੈਗਾ, ਔਰ ਬੂੰਦਾ ਸਾਗਰ ਦੇ ਵਿੱਚ ਆ ਉਹ। ਹਾਂਜੀ 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 ਬੋਲੋ ਜੀ। ਹਿਰਦੇ ਚਰਨ ਸ਼ਬਦ ਸਤ, ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਇਸ ਇਟ ਦ ਸੇਮ ਕਿ ਚਰਨ ਵੀ ਠੀਕ ਹੈ, ਗੁਰੂ ਮਹਾਰਾਜ ਦੇ ਦਰਸ਼ਨ ਵੀ ਸੇਮ ਚੀਜ਼ ਹੈ?
ਚਰਨ ਜਦ ਚਰਨ ਆ ਗਏ ਤੇ ਫਿਰ ਪਰਮਾਤਮਾ ਨੇ ਉੱਥੇ ਹਿਰਦੇ ਦੇ ਵਿੱਚ ਪ੍ਰਗਟ ਹੋ ਕਿਉਂਕਿ ਜਾਣਾ। ਉਹ ਤਾਂ ਸਰੀਰ ਰੂਪ ਤਾਂ ਹੈ ਨਹੀਂ, ਚਰਨ ਆ ਕੇ ਤਾਂ ਸਾਰਾ ਕੁਝ ਆ ਜਾਏਗਾ। ਹਾਂ ਬਸ ਚਰਨ ਆ ਗਏ ਤੇ ਸਾਰਾ ਕੁਝ ਆ ਗਿਆ। ਪਰਮਾਤਮਾ ਨੇ ਚਰਨਾਂ ਦੇ ਨਾਲ ਹੀ ਪ੍ਰਗਟ ਹੋ ਜਾਣਾ ਹੈ। ਪਰਮਾਤਮਾ ਨੇ ਇਹ ਚਰਨ ਹੀ ਸਥਿਤ ਕਰਨੇ ਆਪਾਂ ਨੇ ਆਪਣੇ ਹਿਰਦੇ ਦੇ ਵਿੱਚ। ਹੁਣ ਇਹਦੇ ਵਾਸਤੇ ਜਿਹੜਾ ਹੈਗਾ ਹਾਂਜੀ ਚਰਨਜੀਤ ਜੀ ਕੁਝ ਤੁਸੀਂ ਕਹਿ ਰਹੇ ਹੋ? ਮੈਂ ਭਾਜੀ ਆਪਣੇ ਵੀਰ ਜੀ ਬੋਲਦੇ ਦੱਸਦੇ ਨਾ, ਮੈਂ ਇੱਕ ਥੋੜੀ ਜਿਹੀ ਗੱਲ ਕਰਨੀ ਸੀ ਕਿ ਜਿੱਦਾਂ ਇਹ ਕਹਿੰਦੇ ਗੁਰੂ ਸਤਿਗੁਰੂ, ਮਤਲਬ ਇਹਦੇ ਵਿੱਚ ਉਹ ਆਪਾਂ ਬਹੁਤ ਸੋਹਣੀ ਇੱਕੋ ਹੀ ਗੱਲ ਆ ਕਿ ਇੱਕ ਘਰ ਦੇ ਵਿੱਚ ਦਾਣ ਲਈ ਦਾਰਿਆ, ਗੁਰੂ ਜਿਹੜਾ ਦਾਰਿਆ, ਸਤਿਗੁਰੂ ਦਾਰਿਆ ਔਰ ਪਰਮਾਤਮਾ ਘਾਰਿਆ। ਘਰ ਦੇ ਵਿੱਚ ਪਹੁੰਚਣ ਲਈ ਪਹਿਲਾਂ ਦਰ ਦੇ ਵਿੱਚ ਜਾਣਾ ਜ਼ਰੂਰੀ ਆ। ਸੋ ਗੁਰੂ ਦਾਰਿਆ, ਪਰਮਾਤਮਾ ਘਾਰਿਆ ਔਰ ਹੈ ਇੱਕੋ ਹੀ। ਗੁਰੂ ਔਰ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਮੈਂ ਕਿਹਾ ਭਾਜੀ ਹੁਣੀ ਮਤਲਬ ਆਲ ਦਾ ਟਾਈਮ ਪੁੱਛਦੇ ਆ, ਮੈਂ ਕਿਹਾ ਇਹਨਾਂ ਨੂੰ ਮਤਲਬ ਇੱਕ ਕਲੀਅਰ ਹੋ ਜਾਵੇ ਕਿ ਗੁਰੂ ਦੇ ਥਰੂ ਪਰਮਾਤਮਾ ਦੇ ਘਰ ਜਾ ਸਕਦੇ ਹਾਂ। ਵਧੀਆ ਜੀ, ਬਹੁਤ ਵਧੀਆ। ਫਿਰ ਗੁਰੂ, ਹੁਣ ਮੈਂ ਇਹੀ ਕੁਐਸਚਨ ਆ ਨਾ ਮੇਰਾ, ਰਾਈਟ ਨਾਓ ਪ੍ਰੈਜ਼ੈਂਟਲੀ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਇਹ ਬਾਣੀ ਪੜ੍ਹ ਰਹੇ ਹਾਂ। ਸੋ ਮੈਂ ਗੁਰੂ ਗ੍ਰੰਥ ਸਾਹਿਬ, ਆਪਾਂ ਗੁਰੂ ਨੂੰ ਕਦੇ ਗਿਆਨ ਕਹਿ ਦਿੰਦੇ ਆ, ਕਦੇ ਆਪਾਂ ਹੁਣ ਪ੍ਰੈਜ਼ੈਂਟਲੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਹੈ, ਇਹ ਮੈਂ ਗੱਲ ਕਰ। ਬਿਲਕੁਲ ਠੀਕ ਹੈ ਜੀ, ਬਿਲਕੁਲ ਬਿਲਕੁਲ, ਹਾਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਇਹ ਗੁਰੂ ਗ੍ਰੰਥ ਸਾਹਿਬ ਤੋਂ ਹੀ ਗਿਆਨ ਲੈ ਰਹੇ ਆ ਆਪਾਂ। ਬੇਨਤੀ ਆ ਵੀਰ ਜੀ, ਜਿਹੜੇ ਗੁਰ ਕੇ ਚਰਨ ਤੁਸੀਂ ਕਹਿ ਰਹੇ ਹੈਗੇ ਨਾ, ਆਪਾਂ ਇਹਨਾਂ ਨੂੰ ਕੀ ਕੀ ਕਹਿੰਦੇ ਆ, ਇਹਦਾ ਇਹ ਪ੍ਰਮਾਤਮਾ ਆ ਕਿਵੇਂ, ਇਹ ਜਿਹੜੀ ਆਨੰਦ ਸ਼ਬਦ ਹੈਗੀ ਆ ਨਾ, ਆਪਾਂ ਨੂੰ ਆਨੰਦ ਸਾਹਿਬ ਦੇ ਵਿੱਚ ਵੀ ਸਮਝਾਇਆ ਹੈਗਾ, ਆਨੰਦ ਬਾਣੀ ਗੁਰ ਸ਼ਬਦ ਜਾਣੀ। ਇਹ ਸ਼ਬਦ ਗੁਰੂ ਆ, ਇਹ ਇਹਦੇ ਚਰਨ ਹੈਗਾ, ਜਿਹੜੀ ਉਹਦੀ ਆਵਾਜ਼ ਆ, ਉਸੇ ਨੂੰ ਹੀ ਸਾਰਾ ਕੁਝ ਕਿਹਾ ਜਾ ਰਿਹਾ। ਉਹਦੇ ਵਿੱਚ ਸਮਾਵਾਂਗੇ ਤਾਂ ਆਪਾਂ ਪਰਮਾਤਮਾ ਦੇ ਕੋਲ ਪਹੁੰਚ ਜਾਵਾਂਗੇ। ਮੈਂ ਵੀਰ ਜੀ ਇਕੱਲੇ ਸਤਿਗੁਰੂ ਤੇ ਤੁਸੀਂ ਰਿਸਟ੍ਰਿਕਟ ਨਾ ਹੋ, ਇਹ ਬਾਣੀ ਮਤਲਬ ਸਾਰੀ ਦੁਨੀਆ ਵਾਸਤੇ ਆ। ਇਹ ਸਤਿਗੁਰੂ ਪਹਿਲਾਂ ਵੀ ਸੀ, ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਹੁਣ ਵੀ ਆ, ਫਿਰ ਵੀ ਰਹੋ, ਹਮੇਸ਼ਾ ਰਹੋ। ਸਤਿਗੁਰੂ ਦਾ ਮਤਲਬ ਪਰਮਾਤਮਾ ਜਾਂ ਪਰਮਾਤਮਾ ਦਾ ਰੂਪ ਹੈਗਾ। ਜਿਹੜੇ ਬ੍ਰਹਮ ਗਿਆਨੀ ਆ ਉਹ ਵੀ ਜਦੋਂ ਉਸ ਸਟੇਜ ਤੇ ਪਹੁੰਚ ਜਾਂਦੇ ਆ, ਜਦੋਂ ਉਹਨਾਂ ਦੀ ਰਸਨਾ ਤੇ ਪ੍ਰਭੂ ਦਾ ਨਾਮ ਜਪ ਜਾਂਦਾ, ਆਰਜੀ ਵਸੇ ਜਾਜ ਕੀ ਰਸਨਾ, ਜਦੋਂ ਪਰਮਾਤਮਾ ਦੇ ਬੋਲ ਉਹਨਾਂ ਦੇ ਰਾਹੀਂ ਆਉਣ ਲੱਗ ਜਾਂਦੇ ਆ, ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਧਾਰਿਆ। ਜਦੋਂ ਪਰਮਾਤਮਾ ਨੇ ਕਿਸੇ ਬੰਦੇ ਤੇ ਕਿਰਪਾ ਕੀਤੀ, ਉਹਦੀ ਕਮਾਈ ਐਕਸੈਪਟ ਕੀਤੀ, ਤੇ ਫਿਰ ਉਸ ਨੂੰ ਸਾਧ ਸੰਤ ਬਣਾ ਕੇ ਉਹ ਆਪ ਉਹਦੇ ਵਿੱਚ ਪ੍ਰਗਟ ਹੋ ਜਾਂਦਾ। ਉਹ ਫਿਰ ਉਹ ਆਪ ਹੀ ਬੋਲਦਾ। ਜਿਹੜਾ ਗਿਆਨ ਆ, ਗਿਆਨ ਵੀ ਅਸੀਂ ਪਰਮਾਤਮਾ ਦਾ ਗਿਆਨ ਲੈਣਾ, ਬਸ ਕੋਈ ਦੂਸਰਾ ਗਿਆਨ ਨਹੀਂ। ਦੂਸਰਾ ਗਿਆਨ ਵੀ ਵੈਸੇ ਤਾਂ ਉਹ ਵੀ ਗੁਰਤਾ ਹੁੰਦਾ, ਜਾਂ ਗੁਰਤਾ ਮਤਲਬ ਗਿਆਨ, ਪਰ ਇਹ ਗਿਆਨ ਜਿਹੜੇ ਗਿਆਨ ਦਾ ਆਪਾਂ ਵੀਰ ਜੀ ਇੱਕ ਮਿੰਟ ਬੋਲਣ ਦਿਓ ਉਹਨਾਂ ਨੂੰ। ਵੀਰ ਜੀ ਸਾਡੀ ਗੱਲ ਬਿਲਕੁਲ ਸਹੀ ਹੈ ਜੀ। ਜਿਹੜਾ ਗਿਆਨ ਹੈਗਾ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸੀ, ਉਸ ਤੋਂ ਪਹਿਲਾਂ ਵੀ ਸਾਰੇ ਇਹ ਗਿਆਨ ਦਿੰਦੇ ਸੀ, ਪਰ ਸਾਡੀ ਜਿਹੜੀ ਸਮਝ ਸ਼ਕਤੀ ਸੀ ਉਹ ਘੱਟ ਹੋਣ ਦਾ ਕਾਰਨ ਕਰਕੇ ਅਸੀਂ ਉਸ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ, ਤਾਂ ਅਸੀਂ ਪੂਰੇ ਰਸਤੇ ਤੇ ਚੱਲ ਨਹੀਂ ਸਕੇ। ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਕਲੀਅਰ ਕਰਵਾਈ ਜਾ ਰਹੇ ਨੇ, ਇਸ ਕਰਕੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਜ਼ਿਆਦਾ ਲੈ ਰਹੇ ਹਾਂ। ਨਹੀਂ ਵੀਰ ਜੀ, ਗੁਰਸ਼ਨ ਸਿੰਘ ਜੀ ਤੁਸੀਂ ਕੁਝ ਬੋਲ ਰਹੇ ਸੀਗੇ, ਜਰਾ ਤੁਸੀਂ ਪੂਰੀ ਕਰੋ ਆਪਣੀ ਗੱਲ। ਇੱਕ ਗੱਲ ਤੁਹਾਨੂੰ ਕਰਨ ਦਾ ਮੌਕਾ ਚਾਹੀਦਾ, ਸਾਰੇ ਆਪਣੀ ਆਪਣੀ ਲਾ ਲਈ। ਚਲੋ ਐਨੀਵੇ ਤੁਸੀਂ ਬੋਲੋ। ਨਹੀਂ ਗੁਰਸ਼ਨ ਸਿੰਘ ਜੀ, ਤੁਸੀਂ ਗੱਲ ਪੂਰੀ ਕਰੋ ਜੀ, ਤੁਸੀਂ ਪੂਰੀ ਕਰੋ ਆਪਣੀ ਗੱਲ। ਹਾਂਜੀ, ਮੈਂ ਇਹੀ ਕਹਿ ਰਿਹਾ ਜੀ, ਜਿਵੇਂ ਗੁਰੂ ਸਤਿਗੁਰੂ ਗੁਰ, ਇਹਦਾ ਮਤਲਬ ਬਹੁਤ ਭੁਲੇਖਾ ਪੈਂਦਾ ਜੀ। ਤੇ ਵੈਸੇ ਕੀ ਆ ਕਿ ਸਤਿਗੁਰੂ ਗੁਰੂ ਚੀਜ਼ ਇੱਕੋ ਹੀ ਹੈਗੀ। ਬਿਲਕੁਲ, ਹਾਂਜੀ। ਆਪਾਂ ਗਿਆਨ ਨੂੰ ਵੀ ਗੁਰੂ ਕਹਿ ਦਿੰਦੇ ਆ, ਤੇ ਪ੍ਰਮਾਤਮਾ ਨੂੰ ਵੀ ਗੁਰੂ ਜਾਂ ਸਤਿਗੁਰੂ ਕਹਿ ਦਿੰਦੇ ਆ, ਤੇ ਆਪਾਂ ਬ੍ਰਹਮ ਗਿਆਨੀ ਨੂੰ ਵੀ ਗੁਰੂ ਜਾਂ ਸਤਿਗੁਰੂ ਕਹਿ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਵੀ ਸਤਿਗੁਰੂ ਆ। ਐਕਚੁਅਲੀ ਗੁਰੂ ਗ੍ਰੰਥ ਸਾਹਿਬ ਕੀ ਆ, ਇਹ ਮਤਲਬ ਬ੍ਰਹਮ ਗਿਆਨੀਆਂ ਦਾ ਗਿਆਨ ਆ, ਕਿਉਂਕਿ ਗਿਆਨ ਗੁਰੂ ਆ, ਗਿਆਨ ਸਤਿਗੁਰੂ ਆ, ਇਸ ਕਰਕੇ ਇਸ ਨੂੰ ਸਤਿਗੁਰੂ ਦਾ ਖਿਤਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ। ਲੇਕਿਨ ਗੁਰੂ ਗ੍ਰੰਥ ਸਾਹਿਬ ਪ੍ਰਮਾਤਮਾ ਨਹੀਂ ਹੈਗਾ। ਕੋਈ ਜਿਹੜਾ ਸਾਧ ਸੰਤ ਹੈਗਾ ਉਹ ਵੀ ਪ੍ਰਮਾਤਮਾ ਨਹੀਂ, ਉਹ ਪ੍ਰਮਾਤਮਾ ਦਾ ਰੂਪ ਆ। ਔਰ ਕਿਸੇ ਨੂੰ ਫਿਜ਼ੀਕਲੀ ਆਪਾਂ ਦੇਖ ਕੇ ਫਿਜ਼ੀਕਲੀ ਸੰਗਤ ਨਹੀਂ ਕਰਨੀ। ਉਹ ਜਦੋਂ ਉਹਦੇ ਕੋਲ ਪ੍ਰਮਾਤਮਾ ਦਾ ਗਿਆਨ ਆ ਜਾਊਗਾ,
ਉਸ ਅਸੀਂ ਗਿਆਨ ਦੀ ਸੰਗਤ ਕਰਨੀ ਆ। ਜਦੋਂ ਉਹ ਗਿਆਨ ਉਸ ਲੈਵਲ ਤੱਕ ਪਹੁੰਚ ਗਏ ਅਸੀਂ, ਸਾਧ ਸੰਗਤ ਵੀ ਇਹੀ ਆ। ਅਸੀਂ ਫਿਜ਼ੀਕਲੀ ਕਿਸੇ ਸਾਧ ਦੀ ਸੰਤ ਦੀ ਜੇ ਪਰਮ ਗਿਆਨੀ ਵੀ ਆ, ਉਹਦੀ ਸੰਗਤ ਕਰਕੇ ਉਹਨੂੰ ਸਾਧ ਸੰਗਤ ਨਹੀਂ ਕਹਿ ਸਕਦੇ। ਉਹ ਅਸੀਂ ਕੋਲੇ ਬੈਠੇ ਆ। ਸਾਧ ਸੰਗਤ ਹੋਊਗੀ ਜਦੋਂ ਅਸੀਂ ਉਹਦੀ ਕਮਾਈ ਦੇ ਹਿਸਾਬ ਨਾਲ ਅਸੀਂ ਉਸ ਲੈਵਲ ਦੇ ਪ੍ਰਮਾਤਮਾ ਦੇ ਗਿਆਨ ਤੇ ਪਹੁੰਚ ਜਾਂਦੇ, ਫਿਰ ਸਾਧ ਸੰਗਤ ਹੋ ਸਕਦੀ ਆ। ਇਸੇ ਤਰ੍ਹਾਂ ਹੀ ਜਿਹੜੀ ਸਾਧ ਸੰਗਤ ਆ, ਪ੍ਰਮਾਤਮਾ ਦੀ ਸੰਗਤ ਵੀ ਉਦੋਂ ਹੀ ਹੋ ਸਕਦੀ ਹੈ ਜਿਹਨੇ ਵੀ ਉਹ ਪ੍ਰਾਪਤ ਕਰ ਲਿਆ, ਬੂੰਦ ਮਿਲ ਗਈ, ਉਹ ਸਾਧ ਸੰਗਤ ਉਦੋਂ ਹੀ ਹੋ ਸਕਦੀ ਹੈ, ਉਦੋਂ ਪਹਿਲਾਂ ਨਹੀਂ ਅਸੀਂ ਸਾਡੀ ਸੰਗਤ ਹੋ ਸਕਦੀ। ਬਹੁਤ ਵਧੀਆ। ਚਰਨਾਂ ਦੀ ਧੂੜ ਆ, ਚਰਨਾਂ ਦੀ ਰਵਾਲ ਆ, ਉਹ ਵੀ ਇਹੀ ਆ, ਉਹਨਾਂ ਦਾ ਪ੍ਰਭੂ ਦਾ ਗਿਆਨ ਹੈਗਾ। ਜੋ ਸਾਡੇ ਕੋਲ ਗਿਆਨ ਆ ਗਿਆ ਪ੍ਰਭੂ ਦਾ, ਅਸੀਂ ਉਹ ਪ੍ਰਭੂ ਦੇ ਚਰਨਾਂ ਦੀ ਧੂੜ ਸਾਡੇ ਮੱਥੇ ਤੇ ਲੱਗ ਗਈ। ਤੇ ਚਰਨ ਹੈਗੇ ਜਿਹੜੇ ਸ਼ਬਦ ਹੈਗੇ ਜਾਂ ਗੁਰੂ ਸ਼ਬਦ, ਗੁਰੂ ਸ਼ਬਦ ਧਨ ਚੇਲਾ, ਮਤਲਬ ਸ਼ਬਦ ਜਿਹੜਾ ਸੂਖਮ ਸ਼ਬਦ ਹੈਗਾ। ਜਦੋਂ ਅਸੀਂ ਸਾਧਨਾ ਕਰਦੇ ਹਾਂ, ਸਾਧਨਾ ਤੱਕ ਸਾਨੂੰ ਪ੍ਰਕਾਸ਼ ਮਿਲਦਾ ਗਾ ਜਾਂ ਨਾਦ ਰੂਪ ਹੈਗਾ, ਉਸ ਨੂੰ ਪਕੜ ਕੇ ਉਹਨੇ ਸਾਨੂੰ ਗਾਹਾਂ ਪ੍ਰਮਾਤਮਾ ਤੱਕ ਲੈ ਕੇ ਜਾਣਾ ਗਾ। ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ, ਕਮਾਲ ਕਰਤੀ। ਉਹੀ ਹੈ ਭਾਜੀ ਕਿ ਗਿਆਨ ਖੰਡ ਦੇ ਬਾਅਦੋਂ ਸਰਮ ਖੰਡ, ਜਿਹੜਾ ਮਤਲਬ ਉਸ ਸ਼ਬਦ ਨੂੰ ਕਮਾਉਣਾ ਤੇ ਫਿਰ ਪ੍ਰਮਾਤਮਾ ਦੇ ਘਰ ਜਾਣਾ। ਮਤਲਬ ਕਹਿਣ ਦਾ ਮਤਲਬ ਗਿਆਨ ਗੁਰੂ ਤੋਂ ਗਿਆਨ ਲੈ ਕੇ ਉਹਨੂੰ ਕਮਾਈ ਕਰਨੀ ਆ ਸਰਮ ਖੰਡ ਦੇ ਵਿੱਚ, ਜਿੱਦਾਂ ਆਪਣੇ ਆਪ ਨੂੰ ਘੜਨਾ ਔਰ ਫਿਰ ਪ੍ਰਮਾਤਮਾ ਨੇ ਬਖਸ਼ਿਸ਼ ਕਰਨੀ ਆ। ਏਦਾਂ ਨਹੀਂ ਕਿ ਤੂੰ ਘੜਨਾ ਕਿ ਮਤਲਬ ਤਾਂ ਤੇਰੇ ਤੇ ਬਖਸ਼ਿਸ਼ ਹੋਣੀ ਆ, ਮਤਲਬ ਉਹਦੀ ਕਮਾਈ ਤੁਸੀਂ ਕਿਰਪਾ ਆਪਣੀ ਮੰਗਣੀ ਆ, ਔਰ ਗਾਂ ਬਖਸ਼ਿਸ਼ ਉਹਨੇ ਕਰਨੀ ਜਾਂ ਨਾ ਕਰਨੀ ਉਹ ਵੀ ਉਹਦੇ ਹੱਥ ਬਸ ਹੈ। ਬਿਲਕੁਲ ਵਧੀਆ ਜੀ, ਬਿਲਕੁਲ ਵਧੀਆ। ਔਰ ਦੇਖ ਲਓ ਰੇਸ਼ਮ ਜੀ, ਤੁਹਾਡਾ ਜਿਹੜਾ ਹੈ ਤੁਸੀਂ ਕਿਤੇ ਜਿਹੜਾ ਹੈ ਉਹ ਸ਼ੋਰ ਜ਼ਿਆਦਾ ਆ ਰਿਹਾ ਸੀ, ਤੇ ਆਪਾਂ ਨੇ ਜਿਹੜੇ ਹੈਗੇ ਆ ਇਹ ਗਿਆਨ ਜਿਹੜਾ ਹੈਗਾ ਨਾ, ਇਹ ਗਿਆਨ ਪਰਮਾਤਮਾ ਦੇ ਕੋਲੋਂ ਹੀ ਆਉਂਦਾ ਹੈ, ਔਰ ਉਸੇ ਨੂੰ ਆਉਂਦਾ ਹੈ ਜਿਹੜੀ ਬੂੰਦ ਸਾਗਰ ਦੇ ਵਿੱਚ ਮਿਲ ਗਈ, ਜਿਹੜੀ ਪਰਮਾਤਮਾ ਦੇ ਵਿੱਚ ਇੱਕ ਮਿਕ ਹੋ ਗਈ ਆ। ਔਰ ਇਹ ਗਿਆਨ ਦੇ ਦੁਆਰਾ ਹੀ ਅਸੀਂ ਤਰ ਸਕਦੇ ਹਾਂ। ਇਹ ਗਿਆਨ, ਕਿਉਂਕਿ ਗਾਈਡੈਂਸ ਤਾਂ ਗਿਆਨ ਨੇ ਦੇਣੀ ਹੈ। ਗਿਆਨ ਨਹੀਂ ਤਾਂ ਗਾਈਡੈਂਸ ਦੇਣੀ ਹੈ, ਕਿਉਂਕਿ ਗਿਆਨ ਗੁਰੂ 10ਵੀਂ ਪਾਤਸ਼ਾਹੀ ਦਾ ਸ਼ਬਦ ਹੈਗਾ, ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਗਿਆਨ ਗੁਰੂ ਕਿਹੜਾ ਹੈ? ਆਤਮਾ ਦਾ ਗਿਆਨ ਹੋਣਾ ਚਾਹੀਦਾ। ਆਤਮਾ ਨੂੰ ਉਪਦੇਸ਼ ਕਰਨਾ, ਆਪਣੀ ਆਤਮਾ ਨੂੰ ਉਪਦੇਸ਼ ਕਰਨਾ ਹੈ। ਗਿਆਨ ਗੁਰੂ ਆਤਮ ਉਪਦੇਸੋ, ਸੈਲਫ, ਆਪਣੇ ਆਪ ਨੂੰ ਉਪਦੇਸ਼ ਕਰਨਾ ਹੈ ਤੇ ਨਾਮ ਦੀ ਵਿਭੂਤ ਲਾਉਣੀ ਹੈ। ਹੁਣ ਆਪਾਂ ਬਹੁਤ ਵਧੀਆ ਜੀ, ਇਹ ਅੱਜ ਜਿਹੜਾ ਹੈ ਥੋੜਾ ਜਿਹਾ ਕਲੈਰੀਫਿਕੇਸ਼ਨ ਹੋਈ, ਔਰ 806 ਅੰਗ ਦੇ ਉੱਤੇ ਆਪਾਂ ਇਹ ਚਰਨ ਫਿਰ ਜਿਹੜੇ ਹੈਗੇ, ਚਰਨ ਕਿਸ ਤਰ੍ਹਾਂ ਜਿਹੜੇ ਹੈਗੇ, ਇਹਨਾਂ ਨੂੰ ਕੀ ਕਰਨਾ ਆ ਔਰ ਕਿਸ ਤਰ੍ਹਾਂ ਪਰਮਾਤਮਾ ਨੂੰ ਮਿਲਣਾ ਆ, ਇਹ ਵੀ 5ਵੀਂ ਪਾਤਸ਼ਾਹੀ ਦਾ ਇੱਕ ਸ਼ਬਦ ਹੈਗਾ ਛੋਟਾ ਜਿਹਾ 2 ਪਦੇ ਦਾ, ਉਹ ਲਈਏ ਆਪਾਂ। ਰਾਗ ਬਿਲਾਵਲ ਮਹੱਲਾ 5ਵਾਂ, ਘਰ ਚੌਥਾ, ਦੁਪਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਵਨ ਸੰਜੋਗ ਮਿਲੋਂ ਪ੍ਰਭ ਆਪਣੇ। ਹੁਣ ਇਹ ਦੇਖ ਲਓ, ਇਹ ਸ਼ਬਦ ਹੈਗਾ, ਇਹ ਗਿਆਨ ਆ ਰਿਹਾ ਹੈ ਆਪਾਂ ਨੂੰ, ਇਹ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦਾ, ਉਹ ਗੁਰੂ ਦਾ ਗਿਆਨ ਆ ਰਿਹਾ ਆਪਾਂ ਨੂੰ। ਇਹ ਆਪਾਂ ਨੂੰ ਗਾਈਡੈਂਸ ਦੇ ਰਹੇ ਆ। ਬਈ ਸਵਾਲ ਹੈਗਾ ਵੀ ਕਿਸ ਸੰਜੋਗ ਦੇ ਨਾਲ, ਕਿਸ ਤਰੀਕੇ ਦੇ ਨਾਲ ਮੈਂ ਆਪਣੇ ਮਾਲਕ ਪਰਮਾਤਮਾ ਨੂੰ ਮਿਲਾਂ। ਅੱਗੇ ਅਗਲੀ ਲਾਈਨ ਦੇ ਵਿੱਚ ਆਨਸਰ ਹੈਗਾ, ਪਲ ਪਲ ਨਿਮਕ ਸਦਾ ਹਰ ਜਪਨੇ। ਕਹਿੰਦੇ ਆਹ ਸੰਜੋਗ ਆ ਪਿਆਰਿਆ, ਪਲ ਪਲ ਨਿਮਕ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੂੰ ਜਪਣਾ ਹੈਗਾ। ਕਵਨ ਸੰਜੋਗ ਮਿਲੋਂ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋਂ, ਕਵਨ ਸੁਮਤ ਜਿਤ ਪ੍ਰੀਤਮ ਪਾਵੋਂ ਰਹਾਓ। ਕਹਿੰਦੇ ਪਰਮੇਸ਼ਰ ਦੇ ਸੋਹਣੇ ਚਰਨ, ਸ਼ਬਦ ਰੂਪੀ ਚਰਨ ਨਿਤ ਮੈਂ ਧਿਆਵਾਂ। ਇਹ ਪਲ ਪਲ ਨਿਮਕ ਸਦਾ ਹਰ ਜਪਨੇ ਕੀ ਹੈਗਾ? ਚਰਨ ਕਮਲ ਪ੍ਰਭ ਕੇ ਨਿਤ ਧਿਆਵੋਂ, ਉਹ ਸ਼ਬਦ ਰੂਪ ਚਰਨ ਕਮਲ। ਕਵਨ ਸੁਮਤ ਜੋ ਵੀ ਸਵਾਸ ਹੀ ਤਾਂ ਮਿਲੇ ਹੋਏ ਆ ਆਪਾਂ ਨੂੰ, ਸਵਾਸ ਦੇ ਨਾਲ ਨਹੀਂ, ਸਵਾਸ ਨੂੰ ਯੂਜ਼ ਕਰਨਾ ਹੈ। ਜਪਣ ਜਿਹੜਾ ਹੈ ਸੁਰਤ ਨੇ ਕਰਨਾ ਹੈ, ਮਨ ਨੇ ਕਰਨਾ ਹੈ ਆਪਾਂ ਨੇ। ਹਾਂਜੀ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋਂ, ਨਿਤ ਦੇਖੋ, ਨਿਤ ਲਿਖਿਆ ਹੋਇਆ ਇੱਥੇ ਚਰਨ ਕਮਲ, ਕਿਉਂਕਿ ਇਹ ਜਿਹੜਾ ਹੈਗਾ ਪਲ ਪਲ ਨਿਮਕ ਜਿਹੜਾ ਹੈਗਾ ਆਟੋਮੈਟਿਕਲੀ ਹੋ ਜਾਣਾ ਹੈ ਜਦ ਆਪਣੇ ਅੰਦਰ ਪਿਆਰ ਪੈਦਾ ਹੋ ਜਾਣਾ ਹੈ, ਔਰ ਜਿਹੜਾ ਸੁਭਾਵ ਆਪਣੇ ਅੰਦਰ
ਜਿਹੜਾ ਖਿੱਚ ਪੈਦਾ ਹੋ ਜਾਣੀ ਆ, ਤੇ ਆਪਣੀ ਸੁਰਤ ਆਟੋਮੈਟਿਕਲੀ ਪਲ ਪਲ ਨਿਮਕ ਵਾਲੀ ਗੱਲ ਆਟੋਮੈਟਿਕਲੀ ਹੋ ਜਾਣੀ ਹੈ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸੁਮਤ ਜਿਤ ਪ੍ਰੀਤਮ ਪਾਵੋ। ਸੁਮਤ ਕਿਹੜੀ ਹੈਗੀ ਆ? ਉਹ ਗੁਰੂ ਦੀ ਮੱਤ ਹੈਗੀ ਭਾਈ। ਆਹੀ ਗੁਰੂ ਦੀ ਮੱਤ ਆਪਾਂ ਲੈ ਰਹੇ ਆ, ਇਹੀ ਦੱਸ ਰਹੀ ਆ ਆਪਾਂ ਨੂੰ, ਇਹੀ ਦੱਸ ਰਹੀ ਆ ਵੀ ਪਰਮੇਸ਼ਰ ਦਾ ਜਿਹੜਾ ਹੈਗਾ ਨਿਮਕ ਜਿਹੜਾ ਹੈਗਾ ਪਰਮਾਤਮਾ ਨੂੰ ਜਪ, ਉਹਦੇ ਚਰਨ ਕਮਲਾਂ ਦਾ ਧਿਆਨ ਕਰ। ਕਵਨ ਸੁਮਤ ਜਿਤ ਪ੍ਰੀਤਮ ਪਾਵੋ, ਇਹ ਗੁਰੂ ਦੀ ਮੱਤ ਆ, ਇਹੀ ਸੁਮਤ ਹੈਗੀ ਜਿਹਦੇ ਨਾਲ ਪ੍ਰੀਤਮ ਪਾਉਣਾ ਹੈ। ਰਹਾਓ ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨਾ ਕਾਹੂ ਬੇਰੇ। ਹੇ ਮੇਰੇ ਮਾਲਕਾ, ਮੇਰੇ ਉੱਤੇ ਇਹੋ ਜਿਹੀ ਕਿਰਪਾ ਕਰ ਦੇ ਕਿ ਮੈਨੂੰ ਜਿਹੜਾ ਹੈਗਾ ਨਾ, ਮੈਨੂੰ ਕਿਸੇ ਵੀ ਟਾਈਮ ਤੈਨੂੰ ਮੈਂ ਨਾ ਭੁਲਾਵਾਂ, ਤੈਨੂੰ ਮੈਂ ਆਪਣੇ ਅੰਗ ਸੰਗ ਜਿਹੜੇ ਹੈਗੇ, ਤੈਨੂੰ ਜਿਹੜਾ ਹੈਗਾ ਆਪਣੇ ਅੰਗ ਸੰਗ ਜਿਹੜਾ ਹੈਗਾ ਹਮੇਸ਼ਾ ਮਹਿਸੂਸ ਕਰਾਂ, ਤੈਨੂੰ ਆਪਣੇ ਅੰਗ ਸੰਗ ਜਾਣਾ ਮੈਂ, ਐਸੀ ਜੀ ਮੇਰੇ ਉੱਤੇ ਕਿਰਪਾ ਕਰ ਦੇ। ਔਰ ਇਸ ਤੋਂ ਅਗਲਾ ਸ਼ਬਦ ਜਿਹੜਾ ਹੈਗਾ ਉਹ ਵੀ ਫਿਰ ਇਸੇ ਨੂੰ ਦੜਾਉਂਦਾ ਹੈ। ਬਿਲਾਵਲ ਮਹੱਲਾ ਪੰਜਵਾਂ, ਚਰਨ ਕਮਲ ਪ੍ਰਭ ਹਿਰਦੈ ਧਿਆਏ। ਚਰਨ ਕਮਲ ਪ੍ਰਭ ਹਿਰਦੈ ਧਿਆਏ, ਇਹੀ ਪਰਮਾਤਮਾ ਦੇ ਚਰਨ ਕਮਲ ਆ, ਇਹੀ ਗੁਰੂ ਦੇ ਚਰਨ ਕਮਲ ਹੈਗੇ, ਇਹੀ ਗੁਰੂ ਦਾ ਸ਼ਬਦ ਹੈਗਾ, ਇਹੀ ਅਨਹਦ ਸ਼ਬਦ ਹੈਗਾ। ਇਸੇ ਨੇ ਜਿਹੜਾ ਹੈਗਾ ਕਨਵਰਟ ਹੋ ਜਾਣਾ ਹੈ ਭਾਈ, ਇਸੇ ਨੇ ਕਨਵਰਟ ਹੋ ਜਾਣਾ ਹੈ। ਬੈਖਰੀ ਜਿਹੜਾ ਹੈਗਾ ਵਰਣਾਤਮਕ ਤੋਂ ਧੁਨ ਬਣ ਜਾਣੀ ਹੈ, ਧੁਨਾਤਮਕ, ਫਿਰ ਜਿਹੜਾ ਹੈਗਾ ਨਾਦ ਪ੍ਰਕਾਸ਼ ਹੋ ਜਾਣਾ ਹੈ, ਫਿਰ ਜਿਹੜਾ ਹੈਗਾ ਐਸੇ ਤਰੀਕੇ ਦੇ ਨਾਲ ਜਿਹੜੀ ਬੂੰਦ ਸਾਗਰ ਦੇ ਵਿੱਚ ਮਰਜ ਹੋ ਜਾਣੀ ਹੈ। ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋਗ ਗਏ ਸਗਲੇ ਸੁਖ ਪਾਏ। ਆ ਆਊਟਪੁੱਟ ਹੈਗੀ ਆ ਸਾਰੇ ਦੇ ਸਾਰੇ, ਰੋਗ ਚਲੇ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਹਉਮੈ, ਔਰ ਸਾਰੇ ਸੁਖ ਪ੍ਰਾਪਤ ਹੋ ਗਏ। ਗੁਰੇ ਦੁੱਖ ਘਾਟਿਆ ਦੀਨੋ ਦਾਨ, ਗੁਰੂ ਨੇ ਦੁੱਖ ਕੱਟ ਦਿੱਤਾ, ਆ ਦਾਨ ਦਿੱਤਾ, ਗੁਰੂ ਨੇ ਦਾਨ ਦੇ ਦਿੱਤਾ। ਗੁਰੂ ਤਾਂ ਜਿਹੜਾ ਹੈਗਾ ਇਹ ਜਿਹੜਾ ਹੈਗਾ ਕੋਈ ਡਿਮਾਂਡ ਹੀ ਨਹੀਂ ਆ ਰਹੀ, ਗੁਰੂ ਤਾਂ ਜਿਹੜਾ ਹੈਗਾ ਹੋਕਾ ਮਾਰ ਕੇ ਕਹਿ ਰਿਹਾ ਭਾਈ ਲੈ ਲਓ ਭਾਈ। ਗੁਰੇ ਦੁੱਖ ਘਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪਰਵਾਨ। ਔਰ ਮਨੁੱਖਾ ਜੂਨ ਜਿਹੜੀ ਸੀਗੀ ਇਹ ਰੇਅਰ ਜਿਹੜੀ ਹੈਗੀ ਉਹ ਫਲਦਾਇਕ ਹੋ ਗਈ, ਔਰ ਪਰਵਾਨ ਹੋ ਗਿਆ ਜੀਵਨ, ਬੂੰਦ ਸਾਗਰ ਦੇ ਵਿੱਚ ਮਿਲ ਗਈ, ਔਰ ਜਿਹੜੀ ਗੱਤ ਹੋ ਗਈ, ਮੁਕਤੀ ਮਿਲ ਗਈ। ਰਹਾਓ ਇਸ ਸੰਸਾਰ ਤੋਂ, ਇਸ ਮਾਇਆ ਤੋਂ, ਇਸ ਸਰੀਰ ਤੋਂ। ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ, ਭਾਈ ਇਹ ਕਥੀ ਨਹੀਂ ਜਾ ਸਕਦੀ। ਇਹ ਅੰਮ੍ਰਿਤ ਵਾਲੀ ਜਿਹੜੀ ਬਾਣੀ ਹੈਗੀ ਆ, ਇਹ ਅੰਮ੍ਰਿਤ ਪਾਉਣ ਵਾਲੀ ਬਾਣੀ। ਕਹੋ ਨਾਨਕ ਜਪ ਜੀਵੇ ਗਿਆਨੀ, ਜਿਹੜਾ ਗਿਆਨਵਾਨ ਹੈਗਾ ਉਹ ਜਪ ਕੇ ਜਿਹੜਾ ਹੈਗਾ ਆਤਮਿਕ ਰੂਪ ਚ ਜਿਉਂਦਾ ਹੋ ਜਾਂਦਾ ਹੈ, ਔਰ ਇਹ ਜਿਹੜਾ ਹੈਗਾ ਇਹ ਫਲ, ਇਹ ਅੰਮ੍ਰਿਤ ਰਸ ਉਹ ਪ੍ਰਾਪਤ ਕਰ ਲੈਂਦਾ ਹੈ। ਇਹ ਜੀ ਆਪਾਂ ਜਿਹੜੇ ਹੈਗੇ ਆ ਚਰਨ ਕਮਲ ਜਿਹੜੇ ਹੈਗੇ, ਹੁਣ ਇਹ ਸ਼ਬਦ ਜਿਹੜਾ ਪਹਿਲਾਂ ਆਪਾਂ ਨੇ ਸ਼ੁਰੂ ਕਰਨਾ ਹੈ ਅੱਜ, ਉਹਨੂੰ ਦੁਬਾਰਾ ਲਈਏ। ਸ੍ਰੀ ਰਾਗ ਮਹੱਲਾ ਪੰਜਵਾਂ, ਅਸੀਂ 51 ਅੰਗ ਤੇ ਹੈਗੇ। ਕਥਾ ਨੂੰ ਅਸੀਂ ਇੱਕ ਲਫ਼ਜ਼ ਦੇ ਸਕਦੇ ਹਾਂ ਕਿ ਪਰਮਾਤਮਾ ਇੱਕ ਇਨਫਿਨਿਟੀ ਆ, ਮਤਲਬ ਜਿਹਦੇ ਵਿੱਚ ਤੂੰ ਉਹਦਾ ਅੰਤ ਨਹੀਂ ਜਾਣ ਸਕਦਾ, ਬਟ ਉਹਦੇ ਵਿੱਚ ਲੀਨ ਹੋ ਸਕਦਾ। ਬਈ ਅਕਥ ਕਥਾ ਜਿਹੜੀ ਹੈਗੀ ਉਹਨੂੰ ਤੁਸੀਂ ਇਹ ਸਮਝ ਲਓ ਵੀ ਸ਼ਬਦਾਂ ਦੇ ਵਿੱਚ ਨਹੀਂ ਕਥਿਆ ਜਾ ਸਕਦਾ, ਬਸ ਕਹਿਣ ਦਾ ਨਹੀਂ, ਇਹ ਮਹਿਸੂਸ ਕਰਨ ਦਾ ਹੈਗਾ। ਇਹਨੂੰ ਜਿਹੜਾ ਹੈਗਾ ਇਹਨੂੰ ਆਪਾਂ ਫੀਲ ਕਰ ਸਕਦੇ, ਇਹਨੂੰ ਆਪਾਂ ਜਿਹੜੇ ਹੈਗੇ ਆ ਮਤਲਬ ਅਨੁਭਵ ਕਰ ਸਕਦੇ, ਹਾਂ ਉਹਨੂੰ ਕਹਿ ਨਹੀਂ ਸਕਦੇ। ਬਸ ਮਤਲਬ ਕਹਿੰਦੇ ਨੇ ਕਿ ਕੇਲਾ ਖਾ ਕੇ ਉਹਦੇ ਸਵਾਦ ਦਾ ਵਰਣਨ ਨਹੀਂ ਕਰ ਸਕਦੇ ਤੁਸੀਂ। ਬਿਲਕੁਲ ਹਾਂ, ਇਹੀ ਚੀਜ਼ ਹੈਗੀ ਆ। ਅਕਥ ਹੈ ਮਤਲਬ ਕਥੀ ਨਹੀਂ ਜਾ ਸਕਦੀ। ਇਹਨੂੰ ਇਹ ਚੀਜ਼ ਅੰਮ੍ਰਿਤ ਰਸ ਮਿਲ ਗਿਆ ਕਿਸੇ ਨੂੰ, ਕਹੇ ਬੋਲ ਕੇ ਥੋੜੀ ਨਾ ਦੱਸੂਗਾ, ਉਹ ਕਿਵੇਂ ਦੱਸੂਗਾ ਦੱਸੋ। ਠੀਕ ਹੈ ਜੀ, ਹਾਂਜੀ ਚਲੋ, ਹਾਂਜੀ ਠੀਕ ਹੈ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਛੇਵਾਂ। ਕਰਨ ਕਾਰਨ ਏਕ ਉਹੀ ਜਿਨੇ ਕੀਆ ਆਕਾਰ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਕਰਨ ਵਾਲਾ ਵੀ ਉਹ ਮਾਲਕ ਪਰਮਾਤਮਾ ਹੈ ਤੇ ਕਾਰਨ ਵੀ ਉਹ ਹੈ। ਇਹ ਸ੍ਰਿਸ਼ਟੀ ਜਿਹੜੀ ਹੈਗੀ ਮਾਲਕ ਨੇ, ਇਹ ਖੇਡ ਜਿਹੜੀ ਹੈਗੀ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ
ਇਹ ਅਵਗੁਣ ਤੇ ਗੁਣ ਜਿਹੜੇ ਹੈਗੇ ਮਾਲਕ ਪਰਮਾਤਮਾ ਨੇ, ਇਹ ਪਾਪ ਔਰ ਪੁੰਨ ਜਿਹੜੇ ਪਰਮਾਤਮਾ ਨੇ ਦੁਨੀਆ ਜਿਹੜੀ ਬਣਾਈ ਹੋਈ ਹੈ ਡੁਐਲਿਟੀ ਦੇ ਵਿੱਚ, ਇਹਦਾ ਕਾਰਨ ਵੀ ਉਹੀ ਆ ਤੇ ਇਹਨੂੰ ਕਰਨ ਵਾਲਾ ਵੀ ਉਹੀ ਆ। ਉਹਦੀ ਮਰਜ਼ੀ ਹੈ ਭਾਈ, ਉਹਦੀ ਮਰਜ਼ੀ ਹੈਗੀ ਆ, ਕਿਉਂਕਿ ਆਪਾਂ ਕਿਰਤ ਹੈਗੇ ਆ, ਉਹ ਕਰਤਾ ਹੈਗਾ। ਆਪਣਾ ਮਨ ਤਨ ਧਨ ਸਾਰਾ ਕੁਛ ਜੋ ਕੁਛ ਵੀ ਸੁਰਤ ਮਤ ਬੁੱਧੀ ਜੋ ਕੁਛ ਵੀ ਹੈ ਸਾਰੀ ਮਾਲਕ ਦੀ ਬਣਾਈ ਹੋਈ ਹੈ, ਦਿੱਤੀ ਹੋਈ ਹੈ ਉਹਦੀ। ਇਸ ਕਰਕੇ ਉਹ ਕਰਤਾ ਹੈਗਾ ਔਰ ਕਰਨ ਵਾਲਾ ਹੈਗਾ, ਉਹ ਕਾਰਨ ਵੀ ਉਹੀ ਹੈਗਾ। ਇੱਕ ਉਹੀ, ਇੱਕੋ ਹੀ ਉਹੀ ਹੈਗਾ ਜਿਹਨੇ ਕੀਆ ਆਕਾਰ, ਜਿਸਨੇ ਸਾਰੀ ਸ੍ਰਿਸ਼ਟੀ, ਸਾਰਾ ਆਕਾਰ, ਸਾਰਾ ਮੈਟਰ, ਸਾਰਾ ਕੁਛ ਬਣਾਇਆ। ਤਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ, ਔਰ ਉਹਦਾ ਧਿਆਉਣਾ ਬਣਦਾ ਹੈ ਭਾਈ, ਉਹਦੀ ਭਗਤੀ ਬਣਦੀ ਹੈ। ਹੇ ਮਨ ਮੇਰੇ, ਉਸੇ ਨੂੰ ਧਿਆ, ਉਸੇ ਦਾ ਧਿਆਨ ਕਰ। ਸਾਰਿਆਂ ਦਾ ਆਧਾਰ ਹੈਗਾ ਉਹ, ਸਾਰਿਆਂ ਨੂੰ ਉਸੇ ਨੇ ਆਸਰਾ ਦਿੱਤਾ ਹੋਇਆ, ਸਾਰੀ ਖੇਡ ਉਸੇ ਦੇ ਆਸਰੇ ਤੇ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਗੁਰ ਕੇ ਚਰਨ ਮਨ ਮੈਂ ਧਿਆਏ, ਕਹਿੰਦੇ ਗੁਰੂ ਦੇ ਚਰਨ ਜਿਹੜੇ ਹੈਗੇ, ਜਿਹੜੇ ਗੁਰੂ ਸ਼ਬਦ ਰੂਪ ਚਰਨ ਜਿਹੜੇ ਹੈਗੇ, ਇਹ ਧਿਆਨ ਸਿਮਰਨ ਕਰਨ ਦੇ ਵਾਸਤੇ ਜਿਹੜਾ ਹੈਗਾ ਕਹਿ ਰਿਹਾ ਆ, ਮਨ ਦੇ ਵਿੱਚ ਧਿਆਉਣਾ ਆ, ਮਨ ਦੇ ਵਿੱਚ। ਗੁਰ ਕੇ ਚਰਨ ਮਨ ਮੈਂ ਧਿਆਏ, ਇਹ ਜਿਹੜਾ ਹੈਗਾ ਸ਼ਬਦ ਜਿਹੜਾ ਹੈਗਾ, ਜੇ ਆਪਾਂ ਜਿਹੜੇ ਵੈਖਰੀ ਹੈਗੀ ਉਹ ਜੀਭ ਦੇ ਨਾਲ ਸਹਾਇਤਾ ਲੈਣੀ ਆ, ਔਰ ਇਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਹੀ ਕੱਚੀ ਪਹਿਲੀ ਚ ਨਹੀਂ ਬੈਠੇ ਰਹਿਣਾ, ਅੱਗੇ ਜਿਹੜਾ ਹੈਗਾ ਅਗਲੀ ਕਲਾਸ ਚ ਜਾਣਾ ਹੈ। ਗੁਰ ਕੇ ਚਰਨ ਮਨ ਮੈਂ ਧਿਆਏ, ਧਿਆਨ ਲੱਗਣਾ ਹੈ ਭਾਈ ਚਰਨਾਂ ਦਾ ਮਨ ਦੇ ਵਿੱਚ। ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ, ਕਹਿੰਦੇ ਸਾਰੀਆਂ ਸਿਆਣਪਾਂ ਛੱਡ ਦੇ, ਸ਼ੋਰ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਇਹ ਸਿਆਣਪਾਂ ਦਾ, ਚਤੁਰਾਈਆਂ ਦਾ, ਵਿਚਾਰਾਂ ਦਾ ਸ਼ੋਰ ਆ, ਇਹਦੇ ਕਾਰਨ ਤੈਨੂੰ ਉਹ ਸੱਚਾ ਸ਼ਬਦ ਨਹੀਂ ਸੁਣ ਪਾ ਰਿਹਾ। ਛੋੜ ਸਗਲ, ਇਹਨਾਂ ਨੂੰ ਛੱਡ ਦੇ, ਇਹਨਾਂ ਨੂੰ ਜਿਹੜਾ ਹੈਗਾ ਛੱਡ, ਔਰ ਉਸ ਸ਼ਬਦ ਦੇ ਨਾਲ ਲਿਵ ਲਗਾ। ਛੋੜ ਸਗਲ ਸਿਆਣਪਾਂ ਸਾਚ, ਉਹ ਸੱਚਾ ਸ਼ਬਦ ਹੈਗਾ ਭਾਈ, ਉਹ ਜਿਹੜਾ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਉਸੇ ਦੇ ਨਾਲ, ਉਸੇ ਆਧਾਰ ਤੇ, ਉਹਦੇ ਆਧਾਰ ਤੇ ਹੀ ਸਾਰੀ ਸ੍ਰਿਸ਼ਟੀ ਹੈਗੀ ਆ, ਉਸ ਦੇ ਨਾਲ ਲਿਵ ਲਗਾ। ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ ਰਹਾਓ, ਦੁੱਖ ਕਲੇਸ਼ ਨਾ ਭਾਉ ਵਿਆਪੈ, ਗੁਰਮੰਤਰ ਹਿਰਦੇ ਹੋਏ, ਕਹਿੰਦੇ ਉਹਨੂੰ ਦੁੱਖ ਤੇ ਕਲੇਸ਼ ਨਾ ਕੋਈ ਡਰ ਮਾਇਆ ਦਾ ਨਹੀਂ ਵਿਆਪੇਗਾ, ਜਿਹਦੇ ਹਿਰਦੇ ਦੇ ਵਿੱਚ ਜਿਹੜੇ ਹੈਗਾ ਇਹ ਮੰਤਰ, ਇਹ ਸ਼ਬਦ, ਇਹ ਚਰਨ ਆ ਜਾਣਗੇ। ਕੋਟ ਯਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ, ਕਹਿੰਦੇ ਕਰੋੜਾਂ ਯਤਨ ਕਰ ਕਰਕੇ ਦੇਖ ਲਿਆ, ਕਹਿੰਦੇ ਗੁਰੂ ਤੋਂ ਬਗੈਰ, ਗਿਆਨ ਤੋਂ ਬਗੈਰ, ਇਹ ਸ਼ਬਦ ਅਭਿਆਸ ਤੋਂ ਬਗੈਰ, ਇਹ ਸ਼ਬਦ ਤੋਂ ਬਗੈਰ, ਕਹਿੰਦੇ ਕੋਈ ਵੀ ਨਹੀਂ ਤਰਿਆ। ਗੁਰਬਿਨ ਤਰਿਓ ਨਾ ਕੋਏ, ਕੋਈ ਵੀ ਨਹੀਂ ਤਰਿਆ। ਦੇਖ ਦਰਸ਼ਨ ਮਨ ਸਧਾਰੈ, ਪਾਪ ਸਗਲੇ ਜਾਏ, ਔਰ ਗੁਰੂ ਦੇ ਦਰਸ਼ਨ, ਇੱਥੇ ਦਰਸ਼ਨ ਜਿਹੜੇ ਆ ਕਿਹਦੇ ਦਰਸ਼ਨ, ਕਹਿੰਦੇ ਦੇਖ ਦਰਸ਼ਨ, ਗੁਰੂ ਦੇ ਦਰਸ਼ਨ। ਗੁਰੂ ਦੇ ਦਰਸ਼ਨ ਕੀ ਹੈਗੇ, ਗੁਰੂ ਦੇ ਦਰਸ਼ਨ ਹੈਗੇ ਗੁਰੂ ਦਾ ਗਿਆਨ। ਦੇਖ ਦਰਸ਼ਨ ਮਨ ਸਧਾਰੈ, ਮਨ ਜਿਹੜਾ ਹੈਗਾ, ਮਨ ਨੂੰ ਆਧਾਰ ਮਿਲ ਜਾਂਦਾ ਹੈ। ਪਾਪ ਸਗਲੇ ਜਾਏ, ਪਾਪ ਜਿਹੜੇ ਹੈਗੇ ਸਾਰੇ ਕੀਤੇ ਹੋਏ, ਸਾਰਾ ਜਿਹੜਾ ਲੇਖਾ ਜੋਖਾ ਉਹ ਜਾਣ ਲੱਗ ਜਾਂਦਾ ਹੈ। ਹਾਂ ਤਿਨ ਕੈ ਬਲਿਹਾਰਣੈ, ਕਹਿੰਦੇ ਕਿਵੇਂ ਕਹਿਤਾ ਤੁਸੀਂ ਜੀ, ਦੇਖ ਦਰਸ਼ਨ ਜਿਹੜਾ ਹੈਗਾ ਇਹ ਗੁਰੂ ਦੇ ਦਰਸ਼ਨ ਆ, ਪਰਮਾਤਮਾ ਦੇ ਦਰਸ਼ਨ ਨਹੀਂ ਆ, ਹੋਰ ਕੋਈ ਦਰਸ਼ਨ ਨਹੀਂ ਹੈਗੇ। ਅਗਲੀ ਲਾਈਨ, ਹਾਂ ਤਿਨ ਕੇ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਏ, ਇੱਥੋਂ ਪਤਾ ਲੱਗਿਆ ਭਾਈ ਇਹ ਦਰਸ਼ਨ ਗੁਰੂ ਦੇ ਹੈਗੇ। ਦੇਖ ਦਰਸ਼ਨ ਮਨ ਸਧਾਰੈ, ਪਾਪ ਸਗਲੇ ਜਾਏ, ਹਾਂ ਤਿਨ ਕੈ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਏ, ਕਹਿੰਦੇ ਮੈਂ ਤਾਂ ਬਲਿਹਾਰ ਜਾਣਾ ਹੈ, ਜਿਹੜੇ ਗੁਰੂ ਦੇ ਸ਼ਬਦ ਜਿਹੜੇ ਹੈਗੇ ਇਹ ਆਪਣੇ ਹਿਰਦੇ ਚ ਵਸਾਉਣ ਲੱਗ ਪੈਂਦੇ, ਸ਼ਬਦ ਦਾ, ਸ਼ਬਦ ਸੁਰਤ ਦੀ ਖੇਡਣ ਲੱਗ ਪੈਂਦੇ ਆ, ਧਿਆਨ ਸਿਮਰਨ ਕਰਨ ਲੱਗ ਪੈਂਦੇ ਆ। ਹਾਂ ਤਿਨ ਕੈ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਏ, ਸਾਧ ਸੰਗਤ ਮਨੇ ਵਸੈ, ਸਾਚ ਹਰ ਕਾ ਨਾਉ, ਕਹਿੰਦੇ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ, ਅੰਮ੍ਰਿਤ ਰਸ ਜਿਹੜਾ ਹੈਗਾ, ਨਾਮ ਪਦਾਰਥ ਜਿਹੜਾ ਹੈਗਾ, ਇਹ ਮਨ ਦਾ, ਇਹ ਸੱਚਾ ਜਿਹਦੀ ਹਮੇਸ਼ਾ ਹੀ ਹੋਂਦ ਆ, ਉਹ ਨਾਮੀ ਔਰ ਨਾਮ ਕਹਿੰਦੇ ਮਨ ਦੇ ਵਿੱਚ ਵਸ ਸਕਦਾ ਹੈ ਭਾਈ। ਕਿਵੇਂ ਵਸ ਸਕਦਾ, ਕਹਿੰਦੇ ਜੇ ਗੁਰੂ ਦੀ ਸੰਗਤ ਕਰੇਗਾ ਤੇ। ਸਾਧ ਸੰਗਤ ਮਨੇ ਵਸੈ, ਮਨ ਦੇ ਵਿੱਚ ਵਸ ਜਾਏਗਾ ਤੇਰਾ,
ਸਾਚ ਹਰ ਕਾ ਨਾਉ। ਸੇ ਵਡ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਭਾਓ। ਕਹਿੰਦੇ ਵੱਡੇ ਭਾਗਾਂ ਵਾਲੇ ਆ ਭਾਈ, ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਜਿਹੜੀ ਹੈਗੀ ਆ ਇਹ ਭਾਵਨਾ ਹੈਗੀ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਧਿਆਨ ਸਿਮਰਨ ਵਾਲੀ, ਭਗਤੀ ਕਰਨ ਵਾਲੀ, ਪ੍ਰੇਮਾ ਭਗਤੀ ਦੀ ਭਾਵਨਾ ਜਿਨ੍ਹਾਂ ਦੇ ਅੰਦਰ ਗੁਰੂ ਦੀ ਮੱਤ ਦੇ ਦੁਆਰਾ ਜਾਗ ਗਈ ਆ। ਕਹਿੰਦੇ ਵੱਡੇ ਭਾਗਾਂ ਵਾਲੇ ਆ ਭਾਈ। ਸੇ ਵਡ ਭਾਗੀ ਨਾਨਕਾ, ਹੇ ਮੇਰੇ ਮਨਾ, ਜਿਨ੍ਹਾਂ ਮਨੇ ਇਹੋ ਭਾਵ, ਇਹ ਭਾਵਨਾ ਸੁਭਾਵਨਾ ਹੈਗੀ ਹੈ ਜਿਨ੍ਹਾਂ ਦੇ ਮਨ ਦੇ ਵਿੱਚ, ਭਗਤੀ ਦੀ ਭਾਵਨਾ ਹੈਗੀ ਜਿਨ੍ਹਾਂ ਦੇ ਮਨ ਦੇ ਵਿੱਚ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਚਰਨ ਜਿਹੜੇ ਹੈਗੇ, ਚਰਨਾਂ ਦਾ ਧਿਆਨ ਕਰਨ ਦੀ ਭਾਵਨਾ ਹੈਗੀ। ਹਾਂਜੀ, ਹੁਣ ਆਪਾਂ ਸੰਗਤ ਤੋਂ ਬਾਅਦ ਆਪਾਂ ਧਿਆਨ ਸਿਮਰਨ ਕਰਦੇ ਹਾਂ, ਵੈਖਰੀ ਸ਼ਬਦ ਆਪਾਂ ਤੋਂ ਸਟਾਰਟ ਕਰਦੇ ਹਾਂ। ਹਾਂਜੀ ਹਾਂਜੀ ਹਾਂਜੀ। ਬੇਸਿਕਲੀ ਆਪਾਂ ਫਿਰ ਇਹ ਕਰਦੇ ਨਹੀਂ ਹਮੇਸ਼ਾ ਕਹਿੰਦੇ ਜੀ ਵੀ ਆਪਾਂ ਉਹ ਸ਼ਬਦ ਹੈਗਾ ਧਿਆਨ ਸਿਮਰਨ, ਉੱਥੋਂ ਸਟਾਰਟ ਕਰਕੇ ਇਟ ਵਿਲ ਕੰਟੀਨਿਊ ਟੂ ਨੈਕਸਟ ਸਟੇਜ, ਨੈਕਸਟ ਸਟੇਜ, ਨੈਕਸਟ ਸਟੇਜ। ਮੈਂ ਦੇਖਿਆ ਜੀ ਆਪਾਂ ਪਹਿਲਾ ਵੈਖਰੀ ਸ਼ਬਦ ਜਿਹੜਾ ਉਹਨੂੰ ਆਪਾਂ ਐਕਸਪਲੇਨ ਨਹੀਂ ਕਰਦੇ ਹੈਗੇ ਮੋਸਟ ਆਫ ਦਾ ਟਾਈਮ, ਤਾਂ ਹੀ ਫਿਰ ਆਪਾਂ ਨੈਕਸਟ ਸਟੇਜ ਦੀ ਗੱਲ ਕਰਨ ਲੱਗ ਜਾਂਦੇ ਆ, ਰਾਈਟ? ਬਿਲਕੁਲ ਠੀਕ ਹੈ। ਬੇਸਿਕਲੀ ਆਪਾਂ ਹਮੇਸ਼ਾ ਆਪਾਂ ਨੂੰ ਇਹੀ ਕਹਿਣਾ ਚਾਹੀਦਾ, ਜਿਹੜਾ ਆਪਣਾ ਵੈਖਰੀ ਸ਼ਬਦ ਆਪਾਂ ਵਾਹਿਗੁਰੂ ਸੰਗਤ ਤੋਂ ਬਾਅਦ ਸਟਾਰਟ ਕਰਦੇ ਹਾਂ, ਕਿਸੇ ਦਾ ਕੋਈ ਹੋਰ ਵੀ ਹੋ ਸਕਦਾ ਹੈ, ਤੇ ਆਪਣੇ ਲਈ ਵਾਹਿਗੁਰੂ ਜਿਹੜਾ ਆਪਾਂ ਸੰਗਤ ਤੋਂ ਬਾਅਦ ਕਰਦੇ ਹਾਂ, ਬੇਸਿਕਲੀ ਇਹ ਆਪਣਾ ਫਸਟ ਸਟੈਪ ਹੈਗਾ। ਹਾਂਜੀ, ਬਿਲਕੁਲ, ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ। ਔਰ ਆਪਾਂ ਨੇ ਇਹਦੇ ਵਿੱਚ ਜਿਹੜਾ ਹੈਗਾ ਵਿੱਚ ਗੈਪ ਰੱਖਦੇ ਹੁੰਦੇ ਆ। ਤੁਸੀਂ ਦੇਖੋ ਕਦੇ ਵਾਹਿਗੁਰੂ ਕਹਿ ਕੇ ਫਿਰ ਅਸੀਂ ਚੁੱਪ ਹੋ ਜਾਂਦੇ ਆ, ਫਿਰ ਹਾਂ, ਉਹ ਗੈਪ ਇਸੇ ਲਈ ਰੱਖਿਆ ਜਾਂਦਾ ਹੈ ਕਿ ਵੀ ਉਹਦੇ ਉਸ ਸੱਚੇ ਸ਼ਬਦ ਦੇ ਨਾਲ ਲਿਵ ਲਗਾਉਣ ਦੀ ਜਿਹੜੀ ਹੈਗੀ ਕਿਰਿਆ ਸ਼ੁਰੂ ਹੋ ਜਾਏ। ਇਹੀ ਉਹਦਾ ਗੈਪ ਦਾ ਇਹੀ ਮਤਲਬ ਹੈ ਬਈ ਇੱਕ ਵਾਰੀ ਬੋਲਤਾ ਫਿਰ ਚੁੱਪ ਹੋ ਕੇ ਉਸ ਧੁਨ ਨੂੰ ਫੜਨ ਦੀ ਕੋਸ਼ਿਸ਼ ਕਰੀਏ ਆਪਾਂ। ਬਹੁਤ ਵਧੀਆ ਜੀ, ਅੱਜ ਦੀ ਵਿਚਾਰ ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਸੇਧ ਹੈਗੀ ਭਾਈ। ਸੰਗਤ ਚ ਪਾਲਕ ਪਰਮਾਤਮਾ ਬਹੁਤ ਵਰਤ ਰਿਹਾ ਹੈ ਭਾਈ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ। ਲਓ ਦੇਖੋ ਕਿ ਕਿੰਨੇ ਇੱਕ ਲਾਈਨ ਦੇ ਵਿੱਚ ਕਹਿੰਦੇ ਪਰਮੇਸ਼ਰ ਦਾ ਆਹੀ ਧਨ ਆ ਭਾਈ ਨਾਮ, ਇਹੀ ਧਿਆਨ ਸਿਮਰਨ, ਇਹੀ ਧਨ ਆ, ਇਹੀ ਸਤਿਗੁਰੂ ਦੀ ਪੂਜਾ ਹੈਗੀ ਭਾਈ। ਬਾਕੀ ਵਿਕਾਰ ਜਿਹੜੇ ਹੈਗੇ ਇਸੇ ਦੇ ਨਾਲ ਛੁੱਟਣੇ ਆ, ਸਾਰੇ ਵਿਕਾਰ ਛੱਡ ਦੇ। ਛੋੜ ਸਗਲ ਵਿਕਾਰ ਜਿਨੇ ਤੂੰ ਸਾਜ ਸਵਾਰਿਆ, ਹਰ ਸਿਮਰ ਹੋਏ ਉਦਾਰ। ਇਹ ਉਹਦਾ ਹੀ ਸਮਰਨ ਹੈਗਾ ਭਾਈ, ਉਹਦਾ ਹੀ ਸਿਮਰਨ ਹੈਗਾ ਉਹ ਮਾਲਕ ਪਰਮਾਤਮਾ ਦਾ, ਜਿਸ ਨੇ ਤੈਨੂੰ ਇੰਨਾ ਸੋਹਣਾ ਬਣਾ ਕੇ ਸਵਾਰ ਕੇ ਆ ਸਰੀਰ ਦਿੱਤਾ ਹੋਇਆ। ਇਹਦੇ ਨਾਲ ਉਧਰੇਗਾ ਇਸ ਸੰਸਾਰ ਸਮੁੰਦਰ ਤੋਂ। ਅੱਗੇ ਰਾਹੋਂ ਦੀ ਪੰਕਤੀ ਆ ਗਈ। ਜਪ ਮਨ ਨਾਮ ਏਕ ਅਪਾਰ। ਦੇਖ ਲਓ ਬਾਣੀ ਨੇ ਉਸੇ ਜਗ੍ਹਾ ਤੇ ਆ ਜਾਣਾ ਹੈ ਘੁੰਮ ਕੇ, ਬਸ ਉਸ ਇੱਕ ਦੋ ਲਾਈਨਾਂ ਤੋਂ ਬਾਅਦ ਵਾਪਸ ਉਸੇ ਜਗ੍ਹਾ ਤੇ ਆਊਗੀ, ਕਿਉਂਕਿ ਕਾਰਵਾਈ ਆਹੀ ਹੈਗੀ। ਮਨ ਨੇ ਜਪਣਾ ਹੈਗਾ ਔਰ ਨਾਮ ਜਪਣਾ ਹੈ ਉਸ ਅਪਾਰ ਮਾਲਕ ਪਰਮਾਤਮਾ ਦਾ। ਜਪ ਮਨ ਨਾਮ ਏਕ ਅਪਾਰ, ਪ੍ਰਾਣ ਮਨ ਤਨ ਜਿਨੇ ਦਿਆ, ਹਿਰਦੇ ਕਾ ਆਧਾਰ ਰਹਾਓ। ਕਹਿੰਦੇ ਜਿਸ ਨੇ ਤੇਰੇ ਪ੍ਰਾਣ ਦਿੱਤੇ ਹੋਏ। ਦੇਖੋ ਪ੍ਰਾਣ ਸ਼ਕਤੀ ਆਪਣੇ ਅੰਦਰ, ਆਪਣਾ ਸਰੀਰ ਥੋੜੀ ਨਾ ਆਪਣੇ ਆਪ ਚੱਲ ਰਿਹਾ ਆ, ਇਹਦੇ ਅੰਦਰ ਪ੍ਰਾਣ ਪ੍ਰਮਾਤਮਾ ਦੇ ਜਿਹੜੇ ਹੈਗੇ, ਇਹਦੇ ਅੰਦਰ ਜਿਹੜੀ ਆ ਮਾਲਕ ਦੀ ਜਿਹੜੀ ਹੈਗੀ ਜੀਵਨ ਰੋ ਚੱਲ ਰਹੀ ਹੈ। ਫਿਰ ਮਨ ਵੀ ਉਸ ਮਾਲਕ ਨੇ ਦਿੱਤਾ ਹੈ, ਤਨ ਵੀ ਉਸ ਮਾਲਕ ਨੇ ਦਿੱਤਾ ਹੈ। ਪ੍ਰਾਣ ਮਨ ਤਨ ਜਿਨੇ ਦਿਆ, ਹਿਰਦੇ ਕਾ ਆਧਾਰ। ਉਹੀ ਮਾਲਕ ਪਰਮਾਤਮਾ ਹਿਰਦੇ ਦਾ ਆਧਾਰ ਹੈ ਭਾਈ। ਉਸੇ ਦਾ ਨਾਮ ਜਿਹੜਾ ਹੈਗਾ, ਉਸੇ ਦਾ ਨਾਮ ਜਿਹੜਾ ਹੈਗਾ, ਉਸੇ ਨੂੰ ਤਾਂ ਆਪਾਂ ਨੇ ਆਧਾਰ ਬਣਾਉਣਾ ਹੈ। ਉਸੇ ਮਾਲਕ ਪਰਮਾਤਮਾ ਨੂੰ, ਉਸੇ ਨੂੰ ਸਿਮਰਨਾ ਹੈਗਾ। ਰਹਾਓ। ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ। ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਇਹ ਅਵਗੁਣ ਪਾਏ ਹੋਏ ਆ, ਇਹਦੇ ਵਿੱਚ ਮੱਤੇ ਹੋਏ ਆ, ਪੂਰੀ ਤਰ੍ਹਾਂ ਗਲਤਾਨ ਹੈਗੇ ਆਪਾਂ। ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ। ਆਹ ਮਾਲਕ ਨੇ ਜਿਹੜਾ ਹੈਗਾ ਆਖਾਰ ਦੁਨੀਆ ਚ ਪਦਾਰਥ ਜਿਹੜੀ ਖਿੱਚ ਪਾਈ ਹੋਈ ਆ, ਆਹ ਚੋਗਾ ਪਾਇਆ ਹੋਇਆ, ਇਹਦੇ ਵਿੱਚ ਸਾਰਾ ਸੰਸਾਰ ਜਿਹੜਾ ਹੈਗਾ, ਇਹਦੇ ਵਿੱਚ ਜਿਹੜਾ ਹੈਗਾ ਮੱਤਿਆ ਪਿਆ ਹੈ। ਸਾਰੇ ਜੀਵ ਜਿਹੜੇ ਆ ਮੱਤੇ ਪਏ ਆ। ਪਾਓ ਸੰਤ ਸਰਣੀ ਲਾਗ ਚਰਣੀ, ਮਿਟੈ ਦੁਖ ਅੰਧਾਰ।
ਕਹਿੰਦੇ ਸੰਤ ਦੀ, ਗੁਰੂ ਦੀ, ਬ੍ਰਹਮ ਗਿਆਨੀਆਂ ਦੀ ਸ਼ਰਨ ਦੇ ਵਿੱਚ ਚਲੇ ਜਾ। ਸ਼ਰਨ ਦੇ ਵਿੱਚ ਜਾਣਾ ਕੀ ਹੈਗਾ? ਹੁਣ ਜਿਹੜਾ ਫਿਜ਼ੀਕਲੀ ਕੋਈ ਸੰਤ ਬ੍ਰਹਮ ਗਿਆਨੀ ਹੈਗਾ ਤੇ ਉਹਦੇ ਪੈਰ ਫੜ ਲਏ ਤੇ ਉਹ ਸ਼ਰਨ 'ਚ ਜਾਣਾ ਥੋੜੀ ਨਾ ਹੈਗਾ। ਸ਼ਰਨ 'ਚ ਜਾਣਾ ਹੈਗਾ ਵੀ ਉਹਨਾਂ ਤੋਂ ਗਿਆਨ ਲੈ, ਉਹਨਾਂ ਤੋਂ ਜਿਹੜਾ ਹੈਗੇ ਜੁਗਤੀ ਲੈ, ਜਿਸ ਜੁਗਤੀ ਦੇ ਨਾਲ ਉਹ ਜਿਹੜੇ ਹੈਗੇ ਉਸ ਦਰਜੇ ਤੇ ਪਹੁੰਚੇ ਹੈਗੇ। ਲਾਗ ਚਰਣੀ, ਆ ਚਰਨ ਲੱਗਣਾ ਹੈਗਾ। ਮਿਟੈ ਦੁੱਖ ਅੰਧਾਰ, ਔਰ ਚਰਨ ਜਿਹੜੇ ਹੈਗੇ ਉਹੀ ਹੈ ਗੁਰੂ ਦੇ ਚਰਨ। ਪਾਓ ਸੰਤ ਸਰਣੀ, ਲਾਗ ਚਰਣੀ, ਮਿਟੈ ਦੁੱਖ ਅੰਧਾਰ, ਤੇਰਾ ਦੁੱਖ ਤੇ ਹਨੇਰਾ ਮਿਟ ਜਾਏਗਾ ਭਾਈ। ਕਿਉਂਕਿ ਹਨੇਰਾ ਕੀ ਆ? ਹਨੇਰਾ ਹੈਗਾ ਕਾਮ, ਕ੍ਰੋਧ, ਅਹੰਕਾਰ ਮਾਤੇ ਵਿਆਪਿਆ ਸੰਸਾਰ। ਇਹ ਹਨੇਰਾ ਮਿਟ ਜਾਏਗਾ, ਤੈਨੂੰ ਪਤਾ ਲੱਗੇਗਾ ਵੀ ਅਸਲੀਅਤ ਕੀ ਹੈਗੀ। ਪਾਓ ਸੰਤ ਸਰਣੀ, ਲਾਗ ਚਰਣੀ, ਮਿਟੈ ਦੁੱਖ ਅੰਧਾਰ, ਸਤ ਸੰਤੋਖ ਦਇਆ ਕਮਾਵੇ, ਇਹ ਕਰਨੀ ਸਾਰ। ਹੁਣ ਦੇਖ ਲਓ, ਆਹ ਗੁਣ ਕਮਾਉਣੇ ਆ ਭਾਈ ਆਪਾਂ ਨੇ। ਹੁਣ ਸਤ ਸੰਤੋਖ, ਦਇਆ, ਧਰਮ, ਧੀਰਜ, ਇਹ ਨਿਮਰਤਾ, ਗਰੀਬੀ, ਇਹ ਗੁਣ ਜਿਹੜੇ ਹੈਗੇ ਆ, ਇਹ ਗੁਣ ਜਿਹੜੇ ਆ ਖਾਲੀ ਬੋਲਣ ਦੇ ਨਾਲ ਥੋੜੀ ਨਾ ਆ ਜਾਣਗੇ। ਕਹਿੰਦੇ ਇਹਨਾਂ ਦੀ ਕਮਾਈ ਕਰਨੀ ਹੈ। ਕਮਾਈ ਕਿਵੇਂ ਕਰਨੀ ਆ? ਇਹਨਾਂ ਨੂੰ ਜਿਹੜਾ ਹੈਗਾ ਆਪਣੇ ਯੂਜ਼ ਦੇ ਵਿੱਚ ਲੈ ਕੇ ਆਉਣਾ ਹੈ, ਆਪਣੇ ਅੰਦਰ ਧਾਰਨਾ ਹੈ ਇਹਨਾਂ ਨੂੰ। ਇਹਨਾਂ ਦੇ ਅਨੁਸਾਰ ਜਿਹੜਾ ਹੈਗਾ ਆਪਾਂ ਨੇ ਆਪਣਾ ਜੀਵਨ ਚਲਾਉਣਾ ਹੈ। ਸਤ ਸੰਤੋਖ ਦਇਆ ਕਮਾਵੇ, ਕਮਾਉਣੀ ਹੈ ਭਾਈ। ਇਹ ਕਰਨੀ ਸਾਰ, ਆਹ ਕਰਨੀ ਸਾਰ ਆ ਭਾਈ। ਆਪ ਛੋੜ ਸਭ ਹੋਏ ਰਹਿਣਾ, ਜਿਸ ਦੇ ਪ੍ਰਭ ਨਿਰੰਕਾਰ। ਕਹਿੰਦੇ ਉਹ ਆਪਣੀ ਹਉਮੈ ਛੱਡ ਕੇ ਸਾਰਿਆਂ ਦੀ ਰੇਣ ਹੋ ਜਾਂਦਾ ਹੈ। ਜਿਸ ਦੇ ਪ੍ਰਭ ਨਿਰੰਕਾਰ, ਜਿਸ ਨੂੰ ਉਹ ਮਾਲਕ ਪਰਮਾਤਮਾ ਨਿਰੰਕਾਰ ਜਿਹੜਾ ਹੈਗਾ ਦਿੰਦਾ ਹੈਗਾ, ਜਿਸ ਨੂੰ ਇਹ ਨਾਮ ਦੀ ਦਾਤ ਦਿੰਦਾ ਹੈ ਮਾਲਕ ਪਰਮਾਤਮਾ, ਉਹ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਸਵਾਰ ਲੈਂਦਾ। ਮਾਲਕ ਪਰਮਾਤਮਾ ਮਿਹਰ ਕਰ ਦਿੰਦਾ ਉਹਦੇ ਉੱਤੇ। ਜੋ ਦਿਸੇ ਸੋ ਸਗਲ ਤੂੰ ਹੈ, ਪਸਰਿਆ ਪਸਾਰ। ਕਹਿੰਦੇ ਜੋ ਕੁਛ ਵੀ ਦਿਸ ਰਿਹਾ ਆ ਭਾਈ, ਜੋ ਕੁਛ ਵੀ ਦਿਸ ਰਿਹਾ ਆ, ਕਹਿੰਦੇ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ। ਹਰੇਕ ਦੇ ਵਿੱਚ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ। ਚੱਲ ਅਚਲ ਜੋ ਕੁਛ ਵੀ ਦਿਸ ਰਿਹਾ ਆਪਾਂ ਨੂੰ, ਜਿਹੜੇ ਸਾਰਾ ਇਹ ਮਾਲਕ ਪਰਮਾਤਮਾ, ਉਹਦਾ ਕਰਤਾ ਮਾਲਕ ਪਰਮਾਤਮਾ ਹੈਗਾ। ਇਹ ਸਾਰਾ ਉਸ ਮਾਲਕ ਪਰਮਾਤਮਾ ਹੀ ਪਸਰਿਆ ਹੋਇਆ ਹੈ, ਉਹਦੇ ਵਿੱਚ ਹੀ ਸਾਰੀ ਖੇਡ ਹੋ ਰਹੀ ਹੈ। ਜੋ ਦਿਸੈ ਸੋ ਸਗਲ ਤੂੰ ਹੈ, ਪਸਰਿਆ ਪਾਸਾਰ। ਕਹੋ ਨਾਨਕ ਗੁਰੇ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਕਹਿੰਦੇ ਗੁਰੂ ਨੇ ਮੇਰੇ ਨੇ ਭਰਮ ਮੇਰਾ ਕੱਟ ਦਿੱਤਾ, ਵੀ ਮੈਨੂੰ ਆਹ ਦੂਜਾ ਤੀਜਾ ਨਜ਼ਰ ਆਉਂਦਾ ਸੀਗਾ, ਮਾਇਆ ਵੱਖਰੀ ਨਜ਼ਰ ਆਉਂਦੀ ਸੀ, ਵੀ ਇਹ ਸਾਰਾ ਦਾ ਸਾਰਾ ਉਸ ਪਰਮਾਤਮਾ ਉਹ ਬ੍ਰਹਮ ਹੈਗਾ। ਕਹੋ ਨਾਨਕ ਗੁਰੇ ਭਰਮ ਕਾਟਿਆ, ਸਗਲ ਬ੍ਰਹਮ, ਸਾਰਾ ਬ੍ਰਹਮ ਹੈਗਾ। ਆ ਵਿਚਾਰ ਗੁਰੂ ਨੇ ਮੇਰੇ ਅੰਦਰ ਮੈਨੂੰ ਇਹ ਗਿਆਨ ਦੇ ਦਿੱਤਾ, ਮੇਰਾ ਭਰਮ ਜਿਹੜਾ ਹੈਗਾ ਉਹ ਕੱਟ ਦਿੱਤਾ। ਸ੍ਰੀ ਰਾਗ ਮਹੱਲਾ ਪੰਜਵਾਂ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ। ਦੇਖ ਲਓ ਭਾਈ, ਦੁਕ੍ਰਿਤ ਮਤਲਬ ਜਿਹੜਾ ਹੈਗਾ ਚੰਗੇ ਕੰਮ ਤੇ ਮੰਦੇ ਕੰਮ, ਪਾਪ ਪੁੰਨ। ਇਹਦੇ ਵਿੱਚ ਕਹਿੰਦੇ ਸਾਰਾ ਸੰਸਾਰ ਜਿਹੜਾ ਹੈ ਇਹਦੇ ਵਿੱਚ ਹੈਗਾ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ। ਸਾਰੇ ਜਿਹੜੇ ਹੈਗੇ ਇਹ ਦੁਕ੍ਰਿਤ ਔਰ ਸੁਕ੍ਰਿਤ ਦੇ ਵਿੱਚ ਹੈਗਾ। ਸਾਰਾ ਸੰਸਾਰ ਜਿਹੜਾ ਹੈਗਾ ਇਸੇ ਦੇ ਵਿੱਚ ਹੈਗਾ, ਚੰਗੇ ਔਰ ਮੰਦੇ ਕਰਮਾਂ ਦੇ ਵਿੱਚ ਫਸਿਆ ਹੋਇਆ ਆ। ਇਹ ਕਰਮਾਂ ਦਾ ਹੀ ਲੇਖਾ ਹੈਗਾ, ਔਰ ਕਰਮਾਂ ਦੇ ਕਾਰਨ ਹੀ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਇਹ ਇਸ ਚੋਂ ਬਾਹਰ ਨਹੀਂ ਨਿਕਲ ਪਾਉਂਦੇ। ਦੋਹੋਂ ਤੇ ਰਹਿਤ ਭਗਤ, ਹੈ ਕੋਈ ਵਿਰਲਾ ਜਾਣਾ। ਹੁਣ ਦੇਖੋ ਇੱਥੇ ਕਹਿ ਰਿਹਾ ਦੋਹਾਂ ਤੇ ਰਹਿਤ ਭਗਤ, ਉਹਨੂੰ ਭਗਤ ਕਹਿ ਰਿਹਾ ਕੋਈ। ਕਹਿੰਦੇ ਉਹ ਭਗਤ ਹੈਗਾ ਭਾਈ ਜਿਹੜਾ ਦੋਨਾਂ ਤੋਂ ਰਹਿਤ ਹੈਗਾ। ਹੁਣ ਦੱਸੋ ਆਪਾਂ ਜਿਹੜੇ ਹੈਗੇ ਦੋਨਾਂ ਤੋਂ ਰਹਿਤ ਕਿਵੇਂ ਹੋ ਸਕਦੇ ਆ ਭਾਈ? ਦੁਨੀਆ ਦੇ ਵਿੱਚ ਹੈਗੇ ਆਪਾਂ ਨੇ, ਗਤੀ ਕਰਨੀ ਹੈ ਦੁਨੀਆ ਦੇ ਵਿੱਚ, ਤੇ ਦੁਕ੍ਰਿਤ ਸੁਕ੍ਰਿਤ ਤੋਂ ਜਿਹੜੇ ਹੈਗੇ ਕਿਵੇਂ ਜਿਹੜਾ ਹੈਗਾ ਪਾਸੇ ਹੋਵਾਂਗੇ ਆਪਾਂ? ਪਰ ਮਹਾਰਾਜ ਤਾਂ ਬਾਣੀ ਤਾਂ ਕਹਿ ਰਹੀ ਹੈ ਭਾਈ ਇਸ ਚੋਂ ਜਿਹੜਾ ਹੈਗਾ ਪਾਸੇ ਹੋਣਾ ਹੈ, ਦੁਕ੍ਰਿਤ ਤੇ ਸੁਕ੍ਰਿਤ ਰਹਿਤ ਹੋਣਾ ਹੈ।
ਭਗਤ ਤਾਂ ਉਹੀ ਹੈਗਾ, ਔਰ ਉਹ ਕੋਈ ਵਿਰਲਾ ਜਣਾ ਹੈਗਾ। ਭੇਤ ਕੀ ਹੈਗਾ? ਭੇਤ ਹੈਗਾ ਭਾਈ ਕਿਉਂਕਿ ਆਪਾਂ ਜਿਹੜੇ ਹੈਗੇ ਆਪਣੇ ਆਪ ਨੂੰ ਵਿੱਚ ਜੋੜਿਆ ਹੋਇਆ ਆ, ਆਪਾਂ ਆਪਣੇ ਆਪ ਨੂੰ ਸਰੀਰ ਮੰਨਿਆ ਹੋਇਆ ਆ, ਆਪਾਂ ਆਪਣੇ ਆਪ ਨੂੰ ਕਰਤਾ ਮੰਨਿਆ ਹੋਇਆ ਆ। ਇਸ ਕਰਕੇ ਦੁਕ੍ਰਿਤ ਔਰ ਸੁਕ੍ਰਿਤ ਦੋਨੋਂ ਲਾਗੂ ਹੋ ਜਾਂਦੇ ਆ, ਦੋਨੋਂ ਲਾਗੂ ਹੋ ਜਾਂਦੇ ਆ। ਇਸ ਕਰਕੇ ਆਪਾਂ ਨੇ ਜਿਹੜਾ ਹੈਗਾ ਕਰਤਾ ਮੰਨ ਲਿਆ ਔਰ ਸਰੀਰ ਮੰਨ ਲਿਆ, ਤੇ ਇਸ ਕਰਕੇ ਆਪਾਂ ਜਿਹੜੇ ਹੈਗੇ ਆ ਇਹ ਕਾਰਨ ਸਰੀਰ ਪੈਦਾ ਹੋ ਗਿਆ, ਦੁਕ੍ਰਿਤ ਔਰ ਸੁਕ੍ਰਿਤ। ਇਹਦੇ ਨਾਲ ਜਿਹੜਾ ਹੈਗਾ ਆਪਾਂ ਸੰਸਾਰ ਦੇ ਵਿੱਚ ਗਤੀਸ਼ੀਲ ਹੀ ਰਵਾਂਗੇ ਭਾਈ। ਇਹ ਆਪਣਾ ਅੱਗੇ ਦਾ ਜਿਹੜਾ ਹੈਗਾ ਅਗਲਾ ਜਿਹੜਾ ਹੈਗਾ ਆਪਾਂ ਉਹ ਆਪਣੇ ਜਿਹੜੇ ਹੈਗੇ ਕਰਮਾਂ ਨੂੰ ਜਿਹੜਾ ਹੈ ਕਰਮਾਂ ਦਾ ਫਲ ਜਿਹੜਾ ਪਾਉਣ ਦੇ ਵਾਸਤੇ ਜਿਹੜਾ ਹੈਗਾ ਮਾਲਕ ਦੀ ਗੇਮ ਦੇ ਵਿੱਚ ਖੇਡ ਦੇ ਵਿੱਚ ਉਹ ਘੁੰਮ ਰਹੇ ਆ ਪਹੀਏ ਦੇ ਨਾਲ। ਹਾਂ ਪਾਪ ਪੁੰਨ ਬਸ ਦੁਕ੍ਰਿਤ ਸੁਕ੍ਰਿਤ ਮੰਨਦੇ ਸੰਸਾਰ ਸਗਲਾਣਾ, ਸਾਰਾ ਸੰਸਾਰ ਇਸ ਲੇਖੇ ਜੋਖੇ ਦੇ ਵਿੱਚ ਹੈਗਾ। ਦੋਹੋਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ, ਠਾकुर ਸਰਵੇ ਸਮਾਣਾ। ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ। ਹੇ ਮੇਰੇ ਮਾਲਕਾ, ਤੂੰ ਤਾਂ ਹਰ ਜਗ੍ਹਾ ਤੇ ਪੂਰੀ ਤਰ੍ਹਾਂ ਸਮਾਇਆ ਹੋਇਆ ਹੈ, ਹਰੇਕ ਜਗ੍ਹਾ ਤੇ ਹੈਗਾ। ਮੈਂ ਕੀ ਕਵਾਂ ਮਾਲਕਾ ਤੈਨੂੰ, ਤੂੰ ਸੁਣ ਰਿਹਾ ਹੈ। ਮੈਂ ਕਿਆ ਕਹੂੰ ਸੁਣੋ ਸੁਆਮੀ, ਤੂੰ ਤਾਂ ਸੁਣਦਾ ਹੈ ਮੇਰੀ ਗੱਲ, ਤੂੰ ਸਾਰਾ ਮੈਨੂੰ ਦੇਖ ਰਿਹਾ, ਮੇਰੇ ਐਕਸ਼ਨ ਜਾਣਦਾ ਹੈ, ਰਾਤ ਦਿਨ ਮੇਰੇ ਨਾਲ ਹੈ। ਤੂੰ ਵੱਡ ਪੁਰਖ ਸੁਜਾਣਾ, ਤੂੰ ਤਾਂ ਸਭ ਤੋਂ ਵੱਡਾ ਹੈਗਾ ਆ, ਔਰ ਤੂੰ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਸਮਝਦਾਰ ਹੈਗਾ ਹੈ, ਸੁਜਾਨ ਹੈਗਾ ਹੈ, ਸਭ ਕੁਝ ਜਾਣਨ ਵਾਲਾ ਹੈ ਤੂੰ। ਮੈਂ ਤੈਨੂੰ ਕੀ ਕਹਿ ਸਕਦਾ ਹੈ। ਰਹਾਓ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਦੇਖ ਲਓ ਪਾਇਆ ਕਿਵੇਂ ਆਪਾਂ ਕਮਾਵਾਂਗੇ ਆ ਚੀਜ਼। ਆਪਾਂ ਜਿਹੜੇ ਮਾਨ ਮਿਲਦਾ ਬੜੇ ਫੁੱਗ ਜਾਂਦੇ ਆ, ਬੜਾ ਹੰਕਾਰ ਆ ਜਾਂਦਾ ਹੈ ਆਪਾਂ ਨੂੰ, ਕਿੰਨਾ ਜਿਹੜਾ ਹੈਗਾ ਦੇਖ ਲਓ ਆਪਾਂ। ਔਰ ਕਿਤੇ ਮਾੜਾ ਜੇ ਕਿਸੇ ਨੇ ਜਿਹੜਾ ਨਿੰਦਾ ਕਰਤੀ ਜਾਂ ਗਲਤ ਬੋਲਤਾ ਤੇ ਉਸੇ ਵੇਲੇ ਆਪਾਂ ਜਿਹੜੇ ਹੈਗੇ ਆ ਉਹਨੂੰ ਆਪਣੀ ਲਿਸਟ ਤੋਂ ਹੀ ਕੱਟ ਦਿੰਦੇ ਆ। ਭਾਈ ਇਹ ਬੰਦਾ ਜਿਹੜਾ ਹੈਗਾ ਇਹਦੇ ਨਾਲ ਤਾਂ ਬਸ ਹੁਣ ਬਾਏ ਬਾਏ ਟਾਟਾ ਬਾਏ ਬਾਏ ਆ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ, ਕਹਿੰਦੇ ਉਹ ਤਾਂ ਸੇਵਕ ਨਹੀਂ ਹੈਗਾ ਤੇਰਾ ਭਾਈ ਜਿਹੜਾ ਮਾਨ ਅਭਿਮਾਨ ਮੰਦੇ। ਕਹਿੰਦੇ ਕਿਉਂਕਿ ਉਹ ਤਾਂ ਆਪਣੇ ਆਪ ਨੂੰ, ਕਿਉਂਕਿ ਮਾਨ ਕਿਹਦਾ ਹੈ ਤੇ ਅਭਿਮਾਨ ਕਿਹਦਾ ਹੈ, ਨਿੰਦਾ ਕਿਹਦੀ ਆ, ਉਹ ਜਿਹੜਾ ਹੈਗਾ ਵਡਿਆਈ ਕਿਹਦੀ ਹੈਗੀ ਆ, ਇਹਦਾ ਮਤਲਬ ਕਰਤਾ ਹੈਗਾ, ਉਹ ਆਪਣੇ ਆਪ ਨੂੰ ਗਿਣ ਰਿਹਾ ਆ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ, ਕਹਿੰਦੇ ਉਹ ਤਾਂ ਸੇਵਕ ਹੈ ਨਹੀਂ ਭਾਈ। ਯਾਤਰਾ ਅੱਗੇ ਹੈ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ, ਤਤ ਸਮਦਰਸ਼ੀ ਸੰਤੋ ਕੋਈ ਕੋਟ ਮੰਦਾਹੀ। ਕਹਿੰਦੇ ਤਤ ਵਸਤੂ ਹੈਗੀ, ਤਤ ਵਸਤੂ ਪਰਮੇਸ਼ਰ ਹੈਗਾ, ਸਮਦਰਸ਼ੀ ਸਾਰਿਆਂ ਦੇ ਵਿੱਚ ਇੱਕ ਨੂੰ ਦੇਖਣ ਵਾਲਾ, ਸਮਦਰਸ਼ੀ ਤਤ ਸਮਦਰਸ਼ੀ, ਤਤ ਪਰਮੇਸ਼ਰ ਨੂੰ ਸਾਰਿਆਂ ਦੇ ਵਿੱਚ ਦੇਖਣ ਵਾਲਾ, ਦਰਸ਼ਨ ਕਰਨ ਵਾਲਾ। ਸੰਤੋ ਹੇ ਅਭਿਆਸੀਓ ਕੋਈ ਕੋਟ ਮਦਾਹੀ, ਕੋਈ ਕਰੋੜਾਂ ਦੇ ਵਿੱਚ ਇੱਕ ਹੁੰਦਾ ਹੈ। ਸੰਤੋ ਕਿਉਂ ਲਿਖਿਆ? ਕਿਉਂਕਿ ਸਾਧਨਾ ਕਰਨ ਵਾਲੇ ਹੈਗੇ, ਆਪਣੇ ਵਾਸਤੇ ਗਿਆਨ ਹੈਗਾ, ਸਾਧਨਾ ਕਰਨ ਵਾਲਿਆਂ ਦੇ ਵਾਸਤੇ ਵੀ ਆਹ ਸਟੇਜ ਹੈਗੀ ਭਾਈ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ, ਤਤ ਸਮਦਰਸ਼ੀ ਸੰਤੋ ਕੋਈ ਕੋਟ ਮਦਾਹੀ। ਕਹਿਨ ਕਹਾਵਨ ਇਹੋ ਕੀਰਤ ਕਰ ਲਾ। ਬਸ ਕਹਿੰਦੇ ਇਨਸਾਨ ਜਿਹੜਾ ਹੈਗਾ ਕਰਤਾ ਆਪਣੇ ਆਪ ਨੂੰ ਗਿਣਦਾ ਹੈ, ਆਪਣੇ ਆਪ ਨੂੰ ਜਿਹੜਾ ਹੈਗਾ ਇਕਾਈ ਗਿਣਦਾ ਹੈ, ਆਪਣੇ ਆਪ ਨੂੰ ਜਿਹੜਾ ਹੈਗਾ ਹਰ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆਪਣੀ ਇਹੀ ਇੱਛਾ ਹੁੰਦੀ ਹੈ ਕੁਛ ਕਹੀਏ, ਮੈਂ ਜਿਹੜਾ ਹੈ ਬੋਲਾਂ, ਮੇਰੀ ਵੀ ਵਾਹ ਵਾਹ ਹੋ ਜਾਏ, ਮੈਂ ਕੁਛ ਗਿਆਨ ਦੇਵਾਂ, ਮੈਂ ਕੁਛ ਗੱਲ ਕਰਾਂ। ਕਹਿਨ ਕਹਾਵਨ ਇਹ ਕੀਰਤ ਕਰ ਲਾ, ਆਹੀ ਕੀਰਤੀ ਕਰਦਾ ਹੈ। ਕਹਿੰਦੇ ਬਸ ਬਈ ਮੈਂ ਕੁਛ ਨਾ ਕੁਛ ਬੋਲਾਂ, ਮੇਰਾ ਜਿਹੜਾ ਹੈਗਾ ਹੋਏ, ਮੇਰੀ ਵੀ ਦੁਨੀਆ ਦੇ ਵਿੱਚ ਜਿਹੜੀ ਹੈਗੀ ਉਹ ਸਾਰੇ ਮੈਨੂੰ ਵੀ ਮਾਨ ਦੇਣ। ਕਹਿਨ ਕਹਾਵਨ ਇਹ ਕੀਰਤ ਕਰ ਲਾ, ਕਥਨ ਕਹਿਣ ਤੇ ਮੁਕਤਾ ਗੁਰਮੁਖੇ ਕੋਈ ਵਿਰਲਾ। ਕਹਿੰਦੇ ਕਥਨ ਕਹਿਣ ਤੋਂ ਜਿਹੜਾ ਹੈਗਾ ਮੁਕਤ ਜਿਹੜਾ ਹੈਗਾ ਕੋਈ ਟਾਵਾਂ ਬੰਦਾ ਹੁੰਦਾ ਹੈ, ਜਿਹਨੂੰ ਜਿਹੜਾ ਹੈਗਾ ਕਥਨ ਕਹਿਣ ਦੇ
ਕਥਨ ਕਹਿਣ ਦੇ ਨਾਲ ਹੋਣਾ ਕੀ ਆ? ਗੱਲਾਂ ਬਾਤਾਂ ਦੇ ਨਾਲ ਥੋੜੀ ਨਾ ਆਪਾਂ ਨੇ ਜਿਹੜਾ ਹੈਗਾ ਮੁਕਤ ਹੋ ਜਾਣਾ ਹੈ ਭਾਈ। ਗੱਲਾਂ ਬਾਤਾਂ ਦੇ ਨਾਲ, ਗਿਆਨ ਦੇ ਨਾਲ, ਗਿਆਨ ਨੂੰ ਕਹਿ ਲਿਆ ਉਹ ਕੁਛ ਵੀ ਜਿਹੜੇ ਹੈਗੇ ਆ ਜਿਹੜਾ ਹੈਗਾ ਇਹ ਗਿਆਨ ਦੀ ਜਿਹੜੀ ਹੈਗੀ ਖਾਲੀ ਗੱਲਾਂ ਕਰਕੇ ਗਿਆਨ ਜਿਹੜਾ ਹੈਗਾ ਇਹਨੂੰ ਦੱਸ ਕੇ ਜਿਹੜਾ ਹੈਗਾ ਇਹਦੇ ਨਾਲ ਮੁਕਤੀ ਥੋੜੀ ਨਾ ਹੋ ਸਕਦੀ ਹੈ। ਕਹਿਨ ਕਹਾਵਨ ਇਹੋ ਕੀਰਤ ਕਰ ਲਾ, ਕਥਨ ਕਹਿਣ ਤੇ ਮੁਕਤਾ ਗੁਰਮੁਖੇ ਕੋਈ ਵਿਰਲਾ। ਗੁਰੂ ਦੇ ਰਾਹੀਂ ਪਾਈ ਕੋਈ ਜਿਹੜਾ ਹੈਗਾ ਇਹ ਕਥਨ ਕਹਿਣ ਤੋਂ ਉੱਪਰ ਉੱਠਦਾ ਹੈ। ਗਤ ਅਵਗਤ ਕਛ ਨਦਰ ਨਾ ਆਇਆ, ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਕਹਿੰਦੇ ਜਿਹੜਾ ਮੁਕਤ ਹੁੰਦਾ ਆ, ਜਿਹੜਾ ਅਭਿਆਸੀ ਹੁੰਦਾ, ਜਿਹੜਾ ਗੁਰਮੁਖ ਹੁੰਦਾ ਹੈ ਕੋਈ ਵਿਰਲਾ, ਜਿਹੜਾ ਗੁਰੂ ਦੇ ਰਾਹੀਂ ਜਿਹੜਾ ਸਮਦਰਸ਼ੀ ਹੁੰਦਾ ਆ, ਜਿਹੜਾ ਸੇਵਕ ਹੁੰਦਾ ਆ, ਕਹਿੰਦੇ ਉਹ ਜਿਹੜਾ ਹੈਗਾ ਗਤ ਅਵਗਤ, ਗਤ ਕਹਿੰਦੇ ਆ ਮੁਕਤੀ, ਅਵਗਤ ਕਹਿੰਦੇ ਆ ਸੰਸਾਰ, ਕਛ ਨਜ਼ਰ ਨਾ ਆਏ, ਉਹਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ, ਉਹਨੂੰ ਕੋਈ ਉਹ ਕਹਿੰਦਾ ਮਾਲਕਾ ਮੈਨੂੰ ਕੋਈ ਫਿਕਰ ਨਹੀਂ ਹੈਗੀ ਆ, ਮੈਨੂੰ ਸੰਸਾਰ ਦੇ ਵਿੱਚ ਰੱਖੇਗਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਆ, ਮੈਨੂੰ ਮੁਕਤੀ ਦੇ ਦੇਗਾ ਤਾਂ ਵੀ ਕੁਛ ਨਹੀਂ ਆ, ਬਸ ਤੂੰ ਮੇਰੇ ਨਾਲ ਹੋਣਾ ਚਾਹੀਦਾ, ਤੂੰ ਮੇਰੇ ਨਾਲ ਹੋਣਾ ਚਾਹੀਦਾ ਹੈ। ਗਤ ਅਵਗਤ ਕਛ ਨਦਰ ਨਾ ਆਇਆ, ਸੰਤਨ ਕੀ ਰਹਿਣ ਨਾਨਕ ਦਾਨ ਪਾਇਆ। ਸੰਤਾਂ ਦੀ ਰਹਿਣ ਦੇ ਵਿੱਚ ਆਹ ਦਾਨ ਮਿਲਦਾ ਹੈ ਭਾਈ, ਆਹ ਅਵਸਥਾ ਆਉਂਦੀ ਹੈ। ਕਿਉਂ ਕਹਿੰਦੇ ਕਿ ਮੁਕਤ ਬਪਰੀ ਵੀ ਗਿਆਨੀ ਤਿਆਗੇ, ਮੁਕਤ ਨੂੰ ਵੀ ਤਿਆਗ ਦਿੰਦਾ ਹੈ ਉਹ। ਗਤ ਕਹਿੰਦੇ ਮੁਕਤੀ। ਸ੍ਰੀ ਰਾਗ ਮਹਲਾ ਪੰਜਵਾਂ ਘਰ ਸਤਵਾਂ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ। ਹੇ ਮੇਰੇ ਮਾਲਕਾ ਤੇਰਾ ਭਰੋਸਾ ਹੈ, ਮੈਂ ਤਾਂ ਬਹੁਤ ਅਵਗੁਣ ਕਰਦਾ ਹਾਂ ਮਾਲਕਾ, ਮੈਂ ਤਾਂ ਬਹੁਤ ਅਵਗੁਣ ਕਰਦਾ ਹਾਂ, ਮੇਰੇ ਵੱਸ ਦੀ ਗੱਲ ਨਹੀਂ ਹੈ ਮਾਲਕਾ। ਇਹ ਮੇਰੇ ਭੂਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ। ਮੈਂ ਤਾਂ ਬੱਚਾ ਆ ਮਾਲਕਾ, ਛੋਟਾ ਜਿਹਾ ਬੱਚਾ ਹੈ, ਮੈਂ ਤਾਂ ਭੁੱਲਾਂ ਕਰਨੀਆਂ ਹੀ ਕਰਨੀਆਂ, ਮੈਂ ਚੁੱਕਣਾ ਹੀ ਚੁੱਕਣਾ ਆ, ਪਰ ਤੂੰ ਤਾਂ ਮਾਂ ਪਿਓ ਹੈਗਾ, ਮਾਂ ਪਿਓ ਥੋੜੀ ਨਾ ਬੱਚੇ ਦੇ ਜਿਹੜੇ ਹੈਗੇ ਅਵਗੁਣ ਦੇਖਦੇ ਆ, ਬੱਚੇ ਦੀਆਂ ਭੁੱਲਾਂ ਚੁੱਕਾਂ ਦੇਖਦੇ ਆ। ਤੇਰੇ ਭਰੋਸੇ ਪਿਆਰੇ, ਮੈਨੂੰ ਤਾਂ ਤੇਰਾ ਭਰੋਸਾ ਹੈ ਮਾਲਕਾ, ਮੈਂ ਤਾਂ ਲਾਡ ਲੜਾ ਰਿਹਾ ਤੇਰੇ ਨਾਲ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਜੋ ਆਪਾਂ ਪਿਓ ਮੰਨ ਲਈਏ ਮਾਲਕ ਪਰਮਾਤਮਾ ਨੂੰ, ਤੇ ਆਪਣੇ ਸਾਰੇ ਅਵਗੁਣ ਜਿਹੜੇ ਹੈਗੇ ਉਹ ਥੋੜੀ ਨਾ ਦੇਖਦਾ ਹੈ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ। ਮਾਇਆ ਮਤਲਬ ਮਾਂ। ਸੁਹੇਲਾ ਕਹਿਨ ਕਹਾਵਨ ਤੇਰਾ ਬਿਖਮ ਪਾਵਨ। ਕਹਿੰਦੇ ਗੱਲਾਂ ਬਾਤਾਂ ਦੇ ਨਾਲ ਤਾਂ ਬਹੁਤ ਹੀ ਸੌਖਾ ਹੈਗਾ। ਕਹਿੰਦੇ ਗੱਲਾਂ ਬਾਤਾਂ ਕਰਨੀਆਂ, ਗੱਲਾਂ ਬਾਤਾਂ ਦੇ ਨਾਲ ਬੋਲ ਦੇਣਾ, ਆਪਣੇ ਆਪ ਨੂੰ ਸੰਤ ਅਖਵਾ ਲੈਣਾ, ਆਪਣੇ ਆਪ ਨੂੰ ਜਿਹੜਾ ਹੈਗਾ ਬੜੇ ਗੁਰਮੁਖ ਹੈਗੇ, ਬੜੇ ਗੱਲਾਂ ਬਾਤਾਂ ਦੇ ਨਾਲ ਜਿਹੜਾ ਹੈਗਾ ਪਰਮਾਤਮਾ ਦੀਆਂ ਗੱਲਾਂ ਕਰ ਲੈਣੀਆਂ, ਅਨਹਦ ਸ਼ਬਦ ਦੀਆਂ, ਉਹ ਬ੍ਰਹਮ ਦੀਆਂ ਗੱਲਾਂ ਖਾਲੀ। ਸੁਹੇਲਾ ਕਹਿਣ ਬੜਾ ਸੌਖਾ ਹੈ, ਕਹਿੰਦੇ ਕਹਿਣ ਕਹਾਵਨ, ਪਰ ਜਿਹੜਾ ਹੈਗਾ ਤੇਰਾ ਬਿਖਮ ਭਾਵਨ। ਕਹਿੰਦੇ ਤੇਰਾ ਜਿਹੜਾ ਹੈਗਾ ਤੇਰੀ ਜਿਹੜੀ ਹੈਗੀ ਆ ਭਾਵਨ, ਤੇਰੀ ਜਿਹੜੇ ਹੁਕਮ ਜਿਹੜਾ ਹੈਗਾ, ਕਹਿੰਦੇ ਉਹਨੂੰ ਕਮਾਉਣਾ ਕਹਿੰਦੇ ਆ ਬਹੁਤ ਹੀ ਜਿਹੜਾ ਹੈਗਾ ਔਖਾ ਹੈਗਾ। ਤੈਨੂੰ ਖੁਸ਼ ਕਰਨਾ ਜਿਹੜਾ ਹੈਗਾ ਕਹਿੰਦੇ ਬੜਾ ਔਖਾ ਹੈਗਾ। ਗੱਲਾਂ ਬਾਤਾਂ ਤਾਂ ਕਰਨੀਆਂ ਬੜੀਆਂ ਸੌਖੀਆਂ ਹੈਗੀਆਂ। ਸੁਹੇਲਾ ਕਹਿਨ ਕਹਾਵਨ ਤੇਰਾ ਬਿਖਮ ਭਾਵਨ ਰਹਾਓ। ਹਉ ਮਾਣ ਤਾਣ ਕਰੋ ਤੇਰਾ ਹਉ ਜਾਣੋ ਆਪਾ। ਹੇ ਮੇਰੇ ਮਾਲਕਾ ਮੈਨੂੰ ਤੇਰਾ ਹੀ ਮਾਣ ਆ, ਮੈਨੂੰ ਤੇਰਾ ਹੀ ਤਾਣ ਆ, ਮੈਂ ਤੈਨੂੰ ਆਪਣਾ ਜਾਣਦਾ ਹਾਂ, ਤੂੰ ਮੇਰਾ ਮਾਂ ਪਿਓ ਹੈਗਾ। ਹਉ ਮਾਣ ਤਾਣ ਕਰੋ ਤੇਰਾ ਹਉ ਜਾਣੋ ਆਪਾ। ਸਭ ਹੀ ਆਪਾ ਮਤਲਬ ਮੈਂ ਤੈਨੂੰ ਆਪਣਾ ਜਾਣਦਾ ਹਾਂ ਮਾਲਕਾ। ਸਭ ਹੀ ਮਦ ਸਭ ਹੈ ਤੇ ਬਾਹਰ ਬੇਮੁਹਤਾਜ ਬਾਪਾ। ਤੈਨੂੰ ਕਿਸੇ ਦੀ ਮੁਹਤਾਜੀ ਨਹੀਂ ਹੈ ਮਾਲਕਾ। ਤੂੰ ਮੇਰਾ ਪਿਓ ਹੈਗਾ ਆ, ਸਾਰਿਆਂ ਦੇ ਵਿੱਚ ਹੈਗਾ ਔਰ ਸਾਰਿਆਂ ਤੋਂ ਬਾਹਰ ਹੈਗਾ ਹੈ। ਪਿਤਾ
हूँ जानो नाही तेरी कवन जुगता, हे मेरे मालका मैं नहीं जानदा तेरी जुगती, मैं नहीं जानदा कुछ भी, मैं आना हैगा आ। पिता हो जानो नाही तेरी कवन जुगता, तेरी केड़ी जुगती हैगी जिहदे नाल तू प्रसन्न हुन्ना है, मैं वो नहीं कमा सकदा। पिता हो जानो नाही तेरी कवन जुगता, बंधन मुक्त संतो मेरी राख है ममता। हे मेरे मालका तू ਮੈਨੂੰ ਜਿਹੜਾ ਹੈਗਾ ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਬੰਧਨਾਂ ਤੋਂ ਮਾਇਆ ਤੋਂ ਮੁਕਤ ਕਰਨ ਵਾਲਾ ਤੂੰ ਹੀ ਹੈਗਾ ਆ। ਤੂੰ ਮੇਰੀ ਮਮਤਾ, ਤੂੰ ਮੇਰੇ ਨਾਲ ਫਿਰ ਵੀ ਪਿਆਰ ਕਰਦਾ ਹੈ ਤੇ ਤੂੰ ਮੈਨੂੰ ਜਿਹੜਾ ਹੈਗਾ ਆਪਣਾ ਸਮਝਦਾ ਹੈ। ਮੇਰੀ ਰੱਖ ਹੈ ਮਮਤਾ, ਮੇਰੇ ਨਾਲ ਮਮਤਾ ਰੱਖਦਾ ਹੈ। ਪਿਤਾ ਹੋ ਜਾਣੋ ਨਹੀਂ ਤੇਰੀ ਕਵਨ ਜੁਗਤਾ, ਬੰਧਨ ਮੁਕਤ ਸੰਤੋ ਮੇਰੀ ਰੱਖ ਹੈ ਮਮਤਾ। ਭਏ ਕਿਰਪਾਲ ਠਾकुर ਰਹਿਓ ਆਵਣ ਜਾਣਾ, ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਕਹਿੰਦੇ ਜਦੋਂ ਮਾਲਕ ਪਰਮਾਤਮਾ ਕਿਰਪਾਲ ਹੋ ਗਿਆ ਤੇ ਆਉਣਾ ਜਾਣਾ ਜਿਹੜਾ ਉਹ ਸੰਸਾਰ ਦੇ ਵਿੱਚ ਜਿਹੜਾ ਹੈਗਾ ਗੋਤੇ ਖਾਣੇ ਜਿਹੜੇ ਹੈਗੇ ਸੰਸਾਰ ਸਮੁੰਦਰ ਦੇ ਰਹਿ ਗਿਆ। ਕਹਿੰਦੇ ਕਿਸ ਤਰ੍ਹਾਂ ਕਿਰਪਾਲ ਹੋ ਗਿਆ ਠਾकुर, ਗੁਰ ਮਿਲੇ ਨਾਨਕ ਪਾਰ ਬ੍ਰਹਮ ਪਛਾਣਾ। ਗੁਰੂ ਨੂੰ ਮਿਲ ਕੇ ਜਿਹੜਾ ਗੁਰੂ ਦੇ ਅਨੁਸਾਰ ਜਿਹੜਾ ਹੈਗਾ, ਗੁਰੂ ਤੋਂ ਮੱਤ ਲੈ ਕੇ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਜੀਵਨ ਨੂੰ ਚਲਾ ਕੇ ਤੇ ਪਾਰ ਬ੍ਰਹਮ ਨੂੰ ਪਛਾਣ ਲਿਆ। ਉਹਨਾਂ ਦੇ ਉੱਤੇ ਮਾਲਕ ਪਰਮਾਤਮਾ ਕਿਰਪਾਲ ਹੋ ਜਾਂਦਾ ਹੈ, ਉਹਨਾਂ ਦਾ ਆਵਣ ਜਾਣਾ ਜਿਹੜਾ ਹੈਗਾ ਰਹਿ ਜਾਂਦਾ ਹੈ। ਬਸ ਜੀ ਇੱਥੇ ਆਪਾਂ ਬਸ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।